May you be blessed as you listen to the preaching of God's word. It's good to be with you this morning. I bring greetings from West Park. बड़ी खुशी है कि ਤੁਹਾਡੇ ਵਿਚਕਾਰ ਆ ਕੇ ਵੈਸਟ ਪਾਰਕ ਤੋਂ ਸਲਾਮ ਦੁਆ ਲੈ ਕੇ ਆਉਂਦੇ ਭਾਈ I'm a little afraid if I start to raise my voice, I'm going to deafen somebody. So just have the gain slider ready, just in मैं भी case. डरदा ਉੱਚੀ ਆਵਾਜ਼ ਨਾਲ ਬੋਲਣਾ ਕਿਤੇ ਕਰਨਾ ਪੜ ਦੇਣਾ ਪਾਰਟੀਆਂ ਕਰਨਾ ਦੇ ਸੋ ਭਾਈ ਕਹਿੰਦੇ ਕਿ ਆਪਣੀ ਆਵਾਜ਼ ਉਧਰ ਘੱਟ ਰੱਖਿਓ I say that out of pure sympathy. ਮੈਂ ਹਮਦਰਦੀ ਦੇ ਵਿੱਚ ਹੋ ਕੇ ਕਹਿੰਦਾ ਹੈਗਾ On Friday, we had a large church double funeral at West Park. ਫਰਾਈਡੇ ਚਰਚ ਵਿੱਚ ਇਹਨਾਂ ਦਾ ਇੱਕ ਬਹੁਤ ਵੱਡਾ ਜਨਾਜ਼ਾ ਹੋਇਆ ਸੀਗਾ ਫਿਊਨਰਲ ਹੋਇਆ ਸੀਗਾ ਦੋ ਫਿਊਨਰਲ ਸੀਗੇ ਇਕੱਠੇ ਹੀ And the man who normally runs the sound system ਜਿਹੜਾ ਭਾਈ ਜਿਹੜਾ ਸਾਊਂਡ ਸਿਸਟਮ ਚਲਾਉਂਦਾ ਸੀਗਾ couldn't find anybody to assist him. ਉਹਨੂੰ ਕੋਈ ਮਦਦਗਾਰ ਨਹੀਂ ਲੱਭਿਆ ਮਦਦ ਕਰਨ ਨੂੰ As somebody else was speaking at the church, ਹੋਰ ਕੋਈ ਬੋਲ ਰਿਹਾ ਸੀਗਾ ਉੱਥੇ I volunteered. ਭਾਈ ਕਹਿੰਦਾ ਕਿ ਮੈਂ ਕਰੂੰਗਾ Now, I used to be a music teacher, ਭਾਈ ਪਹਿਲੇ ਮਿਊਜ਼ਿਕ ਸਿਖਾਉਂਦੇ ਹੁੰਦੇ ਸੀਗੇ ਬਾਜੇ so the sound desk doesn't frighten me. ਸੋ ਮੈਂ ਡਰਦਾ ਨਹੀਂ ਸਾਊਂਡ ਡਿਸਕ ਮੈਨੂੰ ਪਤਾ ਕਿੱਦਾਂ ਚਲਾਉਣਾ But I frighten the man who normally runs it, ਜਿਹੜਾ ਚਲਾਉਂਦੀ ਉਹਨੂੰ ਮੈਂ ਡਰਾਤਾ because it's 25 years since I played with the sound desk. 25 ਸਾਲ ਹੋ ਗਏ ਭਾਈ ਕਹਿੰਦੇ ਮੈਨੂੰ ਸਾਊਂਡ ਡਿਸਕ ਤੇ ਕੰਮ ਕੀਤੇ ਨੂੰ So, brother, I understand when things go wrong. ਸੋ ਜਦੋਂ ਕੰਮ ਖਰਾਬ ਹੁੰਦਾ ਨਾ ਜਦੋਂ ਅੱਜ ਸਵੇਰੇ ਹੋਇਆ ਸੀਗਾ ਸਾਨੂੰ ਪਤਾ ਹੈ ਜਦੋਂ ਗੜਬੜ ਹੁੰਦੀ ਆ I was sitting there frowning at the sound desk, trying to work out why we were having that little bit of feedback, ਮੈਂ ਸੋਚਦਾ ਹੈਗਾ ਕਿ ਇਹ ਆਵਾਜ਼ ਕਿਉਂ ਵਾਪਸ ਆ ਰਹੀ ਹੈ ਕਿ ਇਹ ਫੀਡਬੈਕ ਕਿਉਂ ਗਿਆ when his arm came shooting across me and hit the record button, which I'd forgotten to press at the ਮੈਂ beginning. ਇੱਕ ਬਟਨ ਪ੍ਰੈਸ ਕਰਨਾ ਭੁੱਲ ਗਿਆ ਸੀਗਾ ਭਾਈ ਨੇ ਕਹਿੰਦਾ ਆ ਇਹਨੂੰ ਕਹਿੰਦਾ ਬੰਦ ਕਰ ਕਹਿੰਦਾ Things happen. ਗਲਤੀਆਂ ਹੁੰਦੀਆਂ ਇਨਸਾਨ ਦੇ ਕੋਲੋਂ But we are grateful to the Lord for his grace to us in and through it all. ਪ੍ਰਭੂ ਦਾ ਧੰਨਵਾਦ ਕਰਦੇ ਕਿ ਉਹਦੀ ਦਇਆ ਕਿਰਪਾ ਸਾਡੇ ਤੇ ਹੁੰਦੀ ਆ ਅਸੀਂ ਗਲਤੀਆਂ ਕਰਦੇ ਫੇਰ ਵੀ We are looking this morning at Isaiah 59, ਅਸੀਂ ਦੇਖਣਾ ਹੈਗਾ ਇਸ ਵੇਲੇ ਯਸ਼ਾਇਆ 59 from the second half of verse 15 through to verse 20. 15 ਆਇਤ ਅੱਧ ਤੋਂ ਲੈ ਕੇ ਤਾਂ 20 ਆਇਤ ਤੱਕ I say the second half of verse 15, you have to remember something. 15 ਆਇਤ ਦੇ ਅੱਧ ਵਿੱਚ ਕਿਉਂ ਕਿਹਾ ਕਿ ਸ਼ੁਰੂ ਕਰਨਾ ਕਿਉਂਕਿ ਇੱਕ ਗੱਲ ਸੀ ਯਾਦ ਰੱਖਣੀ ਅਸੀਂ The verses in the Bible are not inspired. ਬਾਈਬਲ ਦੀ ਆਇਤ ਜਿਹੜੀਆਂ ਹੈਗੀਆਂ ਉਹ ਦੱਸੀਆਂ ਹੋਈਆਂ ਨਹੀਂ ਹੈਗੀਆਂ ਜਿੱਦਾਂ Those numbers were put in far more recently. ਜਿਹੜੀ ਗਿਣਤੀ ਹੈ ਜਿਹੜੀ ਆਇਤਾਂ ਦਾ ਨੰਬਰ ਹੈਗਾ ਉਹ ਬਾਅਦ ਚ ਪਾਇਆ ਗਿਆ ਹੈਗਾ ਪਹਿਲੇ ਇੱਕੋ ਹੀ ਹੁੰਦਾ ਸੀ ਸਾਰਾ ਕੁਝ In 1526, 1526 ਦੇ ਵਿੱਚ ਸਨ 1526 ਵਿੱਚ William Tyndale published the first New Testament in English translated from Greek. ਵਿਲੀਅਮ ਟਿੰਡੇਲ ਨੇ ਅੰਗਰੇਜ਼ੀ ਦੇ ਵਿੱਚ ਨਵਾਂ ਨੇਮ ਜਿਹੜਾ ਸੀਗਾ ਉਹਨੂੰ ਛਾਪਿਆ ਜਿਹੜਾ ਕਿ ਯੂਨਾਨੀ ਭਾਸ਼ਾ ਤੋਂ ਤਰਜਮਾ ਕੀਤਾ ਸੀਗਾ I have a copy of it at home, ਭਾਈ ਕਹਿੰਦੇ ਮੇਰੇ ਕੋਲ ਉਹਦੀ ਕਾਪੀ ਹੈਗੀ ਆ not an original. ਓਰੀਜਨਲ ਨਹੀਂ ਪਰ ਉਹਦੀ ਨਕਲ ਹੈਗੀ ਆ But there are no verse numbers. ਉਹਨਾਂ ਵਿੱਚ ਕੋਈ ਆਇਤਾਂ ਨਹੀਂ ਨੰਬਰ ਦੀ ਆਇਤਾਂ ਦੀ ਗਿਣਤੀ ਨਹੀਂ ਹੈਗੀ The verse numbers are purely for reference points. ਆਇਤਾਂ ਦੇ ਜਿਹੜੇ ਨੰਬਰ ਦਿੱਤੇ ਆ 15 ਆਇਤ 16 20 ਆਇਤ ਉਹ ਸਿਰਫ ਸਾਨੂੰ ਸਾਡੇ ਲਈ ਹੈਗੀ ਸਾਡੀ ਸਹਾਇਤਾ ਦੇ ਲਈ And sometimes they're put in the wrong place. ਔਰ ਕਈ ਦਫਾ ਉਹ ਜਿਹੜੇ ਨੰਬਰ ਹੈਗੇ ਉਹ ਗਲਤ ਜਗ੍ਹਾ ਲਿਖੇ ਜਾਂਦੇ ਆ And this is one of those places. ਇਹ ਉਹੀ ਜਗ੍ਹਾ ਹੈਗੀ ਜਿੱਥੇ ਗਲਤ ਲਿਖਿਆ ਗਿਆ Verse 16 should really begin with the words, ਇਹ ਜਿਹੜੀ ਇਸ਼ਾਇਲ ਜਿਹੜੀ ਆਇਤ ਹੈਗੀ ਚੈਪਟਰ ਹੈਗਾ ਕਿ ਕਿੱਥੋਂ ਸ਼ੁਰੂ ਹੋਣਾ ਚਾਹੀਦਾ ਸੀਗਾ Then the Lord saw it and it displeased him. ਫਿਰ ਪ੍ਰਭੂ ਨੇ ਦੇਖਿਆ ਔਰ ਉਹਨੂੰ ਪਸੰਦ ਨਹੀਂ ਆਇਆ So, having said all of that, that's where we're beginning. ਇਹ ਕਹਿਣ ਦੇ ਬਾਵਜੂਦ ਅਸੀਂ ਇੱਥੋਂ ਸ਼ੁਰੂ ਕਰਦੇ ਹੈਗੇ ਆ In West Park, in the evenings, we've been going through the book of Isaiah. ਵੈਸਟ ਪਾਰਕ ਵਿੱਚ ਭਾਈ ਕਹਿੰਦੇ ਇਹ ਸ਼ਾਮ ਨੂੰ ਸਟੱਡੀ ਕਰਦੇ ਆ ਇਸ਼ਾਇਆ ਦੀ ਨਵੀਂ ਦੀ ਕਿਤਾਬ We actually began in August 2022. 22 ਅਗਸਤ 2022 ਦੇ ਵਿੱਚ ਸ਼ੁਰੂ ਕੀਤੀ ਸੀ ਇਹਨਾਂ ਨੇ And although I've taken a bit of time, there are places I've wanted to pause. ਕਈ ਸਾਲ ਲੱਗੇ ਦੇਖਣ ਨੂੰ ਪਰ ਕਈ ਜਗ੍ਹਾ ਜਿੱਥੇ ਇਹਨਾਂ ਨੇ ਰੁਕਣਾ ਚਾਹਿਆ But believe it or not, I haven't had time. ਮੌਕਾ ਨਹੀਂ ਮਿਲਿਆ This is one of those places I've wanted to pause. ਉਹੀ ਜਗ੍ਹਾ ਹੈਗੀ ਆ ਇਹ ਉਹ ਜਗ੍ਹਾ ਹੈਗੀ ਆ ਕਿ ਜਿੱਥੇ ਮੈਂ ਰੁਕਣਾ ਚਾਹੁੰਦਾ ਸੀਗਾ And coming to you this morning has given me the excuse. ਅੱਜ ਸਵੇਰੇ ਤੁਹਾਡੇ ਕੋਲ ਆਉਣ ਦੇ ਨਾਲ ਮੈਨੂੰ ਇਹ ਮੌਕਾ ਮਿਲ ਗਿਆ The first thing I want us to notice ਅਸੀਂ ਕੀ ਦੇਖਣਾ ਹੈਗਾ ਗੌਰ ਕਰਨਾ is what displeased the Lord. ਕਿਹੜੀ ਚੀਜ਼ ਸੀਗੀ ਜਿਹਦੇ ਕਰਕੇ ਪਰਮੇਸ਼ਵਰ ਨੂੰ ਅੱਛਾ ਨਹੀਂ ਲੱਗਿਆ Now you may have noticed I can sing okay in English. ਤੁਹਾਨੂੰ ਪਤਾ ਕਿ ਮੈਂ ਅੰਗਰੇਜ਼ੀ ਵਿੱਚ ਤਾਂ ਮੈਂ ਗੀਤ ਗਾ ਸਕਦਾ ਬੜੇ ਸੋਹਣੇ I can't sing in Punjabi. ਪੰਜਾਬੀ 'ਚ ਨਹੀਂ ਮੈਂ ਗਾ ਸਕਦਾ But I wonder how many of you would be able to sing with me, Nid oin govin bawid moi this air a byd I better lan. ਵੀ ਤੁਹਾਨੂੰ ਕਿੰਨੇ ਨੂੰ ਆਉਂਦਾ ਹੈਗਾ ਪੰਜਾਬੀ 'ਚ ਗਾਣਾ Languages. ਭਾਸ਼ਾ ਜ਼ੁਬਾਨਾਂ ਹੈਗੀਆਂ ਨਾ ਭਾਸ਼ਾਵਾਂ ਹੈਗੀਆਂ But I did pick up one thing, both in the Punjabi reading and in one of the songs. ਪੰਜਾਬੀ ਦੀ
पढ़ाए जाते हो गीता जी एक लफ्ज में जरूर पहचानिया. Whereas in the English we say the Lord, अंग्रेजी च कहेगा कि द लॉर्ड, in Punjabi you were saying Yahweh. पंजाबी च कहेगा यहोवा. That is the covenant name of God. परमेश्वर दा अहद दा नाम हैगा यहवे, यहोवा. And it is the Lord that is displeased. It is Yahweh. यहवे यहोवा ਉਹ ਹੈਗਾ ਇੱਥੇ 59 ਚੈਪਟਰ ਦੇ ਵਿੱਚ ਜਿਹੜਾ ਕਿ ਨਾ ਖੁਸ਼ ਹੈਗਾ. Now, the Lord, we are told, saw it and it displeased him. ਕੀ ਲਿਖਿਆ ਇੱਥੇ ਕਿ ਯਹਵੇ ਨੇ ਦੇਖਿਆ ਔਰ ਉਹਨੂੰ ਦੇਖ ਕੇ ਚੰਗਾ ਨਹੀਂ ਲੱਗਿਆ. What the Lord saw, what it was that displeased him, ਕਿਹੜੀ ਚੀਜ਼ ਸੀਗੀ ਜਿਹੜੀ ਦੇਖ ਕੇ ਉਹਨੂੰ ਬਹੁਤ ਬੁਰੀ ਲੱਗੀ, is explained in the first half of the chapter. ਚੈਪਟਰ ਦੇ ਪਹਿਲੇ ਹਿੱਸੇ 'ਚ ਲਿਖਿਆ ਹੈਗਾ ਕਿਹੜੀ ਚੀਜ਼ ਉਹਨੂੰ ਚੰਗੀ ਨਹੀਂ ਲੱਗੀ. In verses 1 through to 8, ਪਹਿਲੀਆਂ 8 ਆਇਤਾਂ ਦੇ ਵਿੱਚ 59 ਚੈਪਟਰ 'ਚ ਪਹਿਲੀਆਂ 8 ਆਇਤਾਂ ਦੇ ਵਿੱਚ Isaiah sets out Israel's sin and Yahweh's judgment on it. ਸ਼ਾਇਦ ਕਿ ਦੱਸਦਾ ਕਿ ਪਰਮੇਸ਼ਵਰ ਦਾ ਜਿਹੜਾ ਕ੍ਰੋਧ ਹੈਗਾ ਔਰ ਇਜ਼ਰਾਈਲ ਦੇ ਜਿਹੜੇ ਪਾਪ ਹੈਗੇ ਉਹ ਦੱਸਦਾ ਸਾਫ਼-ਸਾਫ਼. And then from verse 9 through to 15, Isaiah identifies with the people. ਫਿਰ 9 ਤੋਂ ਲੈ ਕੇ 15 ਤੱਕ ਇਸ਼ਾਇਆ ਜਿਹੜਾ ਹੈਗਾ ਕਹਿੰਦਾ ਲੋਕਾਂ ਦੇ ਨਾਲ ਕਿ ਹਾਂ ਮੈਂ ਲੋਕਾਂ ਦੇ ਨਾਲ ਸਹਿਮਤ ਹੈਗਾ ਨਾ ਪਾਪਾਂ ਵਿੱਚ. And confesses their sin. ਇਕਰਾਰ ਕਰਦੇ ਆ ਕਿ ਅਸੀਂ ਪਾਪ ਕੀਤਾ. Look at verse 12. 12 ਦੇਖੋ. For our transgressions are multiplied before you, and our sins testify against us. क्योंकि हमारी खताएं तेरे हुजूर बहुत हैं और हमारे गुनाह हम पर गवाही देते हैं. की कहता कि हमारे कहते कि थोड़े कहता हमारे साडे. He admits that they have no way of dealing with their sin. इकरार करते कि साडे कोल कोई तरीका नहीं हैगा कि ਅਸੀਂ ਆਪਣੇ ਪਾਪ ਦਾ ਨਿਬੇੜਾ ਖੁਦ ਕਰ ਸਕੀਏ. So when we read in verse 15 that the Lord saw it and it displeased him that there was no justice, तो ਜਦੋਂ 15 ਆਇਤ ਅਸੀਂ ਪੜ੍ਹਦੇ ਹਾਂ ਦੇਖਿਆ ਕਿ ਪਰਮੇਸ਼ਰ ਨੇ ਦੇਖਿਆ ਔਰ ਉਹਨੂੰ ਚੰਗਾ ਨਹੀਂ ਲੱਗਿਆ ਕਿ ਉਹ ਨਾਰਾਜ਼ ਹੋ ਗਿਆ ਕਿ ਇਹਦੇ ਵਿੱਚ ਕੋਈ ਰਾਸਬਾਜ਼ੀ ਨਹੀਂ ਹੈਗੀ. it's talking about sin, about the breaking of God's law. ਪਾਪ ਦੀ ਗੱਲ ਹੋ ਰਹੀ ਹੈ ਕਿ ਪਰਮੇਸ਼ਰ ਦੀ ਜਿਹੜੀ ਸ਼ਰਅ ਤੋੜੀ ਹੈਗੀ ਆ ਉਹਦਾ ਜ਼ਿਕਰ ਹੋ ਰਿਹਾ ਹੈਗਾ. The people were far from God in their sin. ਲੋਕੀ ਆਪਣੇ ਪਾਪ ਵਿੱਚ ਰੱਬ ਤੋਂ ਬਹੁਤ ਦੂਰ ਹੋ ਗਏ ਸੀਗੇ. So much so that in verse 7 their feet run to sin. ਇੰਨਾ ਪਾਪ ਕਰਦੇ ਹੈਗੇ ਸਾਦਾ ਕੀ ਲਿਖੇ ਕਿ ਉਹਨਾਂ ਦੇ ਪੈਰ ਹਨਾ ਪਾਪ ਵੱਲ ਦੌੜੇ ਜਾਂਦੇ ਸੀ ਆਪਣੇ ਆਪ. The beginning of verse 15, truth fails. ਔਰ ਸੱਚਾਈ ਹਾਰ ਗਈ, ਸੱਚਾਈ ਭਾਗ ਗਈ ਉਹਨਾਂ ਤੋਂ. So their sin is that which prevents them being right with God. ਉਹਨਾਂ ਦਾ ਪਾਪ ਹੈਗਾ ਜਿਹੜਾ ਵਿਚਕਾਰ ਆਇੰਦਾ ਕਿ ਉਹ ਰੱਬ ਦੇ ਨਾਲ ਠੀਕ ਹੋਣ ਆਪ. Their sin puts them under the judgment of God. ਉਹਨਾਂ ਦਾ ਪਾਪ ਪਰਮੇਸ਼ਵਰ ਦੇ ਕ੍ਰੋਧ ਦੇ ਥੱਲੇ ਲੈ ਕੇ ਆਉਂਦਾ ਉਹਨਾਂ ਨੂੰ. And verse 16 goes further. 16 ਆਇਤ ਹੋਰ ਵੀ ਅੱਗੇ ਜਾਂਦੀ ਆ. It tells us they had no hope. ਕਹਿੰਦਾ ਇਹਨਾਂ ਕੋਲ ਕੋਈ ਆਸ ਵੀ ਨਹੀਂ ਸੀਗੀ. There was no man. ਕੋਈ ਦਇਆ ਨਹੀਂ ਸੀਗੀ. There's no intercessor. ਕੋਈ ਸਿਫਾਰਿਸ਼ ਕਰਨ ਵਾਲਾ ਨਹੀਂ ਹੈਗਾ. There was nobody who could deal with their sin. ਕੋਈ ਨਹੀਂ ਸੀਗਾ ਜਿਹੜਾ ਉਹਨਾਂ ਦੇ ਪਾਪ ਦਾ ਨਿਬੇੜਾ ਕਰ ਸਕੇ. The priesthood was supposed to be there to offer sacrifices. ਯਾਜਕ ਸੀਗੇ ਉੱਥੇ ਕਾਹਦੇ ਲਈ ਕੁਰਬਾਨੀ ਦੇਣ ਦੇ ਲਈ ਲੋਕਾਂ ਦੇ ਲਈ ਸਿਫਾਰਿਸ਼ ਕਰਨ ਦੇ ਲਈ. But they were corrupt. ਉਹ ਖੁਦ ਆਪ ਖਰਾਬ ਸੀਗੇ, ਉਹ ਖੁਦ ਆਪ ਬੇਈਮਾਨ ਸੀਗੇ, Sinful. ਪਾਪੀ ਸੀਗੇ ਯਾਜਕ ਵੀ. They didn't know God themselves. ਉਹ ਖੁਦ ਵੀ ਰੱਬ ਨੂੰ ਨਹੀਂ ਜਾਣਦੇ ਸੀਗੇ. Their religion was just surface level. ਉਹਨਾਂ ਦਾ ਧਰਮ ਸਿਰਫ ਦਿਖਾਵੇ ਦਾ ਸੀਗਾ. Can I pause and say that's often a modern disease? ਰੁਕਿਓ ਇਹ ਸੁਣੋ ਕੀ ਕਹੇਗਾ ਕਿ ਇਹ ਅੱਜ ਦੀ ਬਿਮਾਰੀ ਹੈ, ਅੱਜ ਕੱਲ੍ਹ ਬਿਮਾਰੀ ਚੱਲ ਰਹੀ ਹੈ, ਫੈਲੀ ਹੋਈ ਆ. We're like a nice looking piece of furniture. ਅਸੀਂ ਜਦੋਂ ਕੋਈ ਦੇਖਦੇ ਨਾ ਕਿ ਸੋਹਣਾ ਕੋਈ ਦੇਖਣ ਨੂੰ ਸੋਹਣਾ ਫਰਨੀਚਰ ਹੋਵੇ ਕੋਈ. Many years ago I was a postman. ਬਹੁਤ ਦੇਰ ਪਹਿਲਾਂ ਭਾਈ ਡਾਕੀਆ ਸੀਗਾ, ਡਾਕ ਬਾਬੂ. I saw somebody throw out what I thought was a beautiful piece of wooden furniture. ਮੈਂ ਦੇਖਿਆ ਕਿਸੇ ਨੇ ਬਾਹਰ ਕਰਕੇ ਸੜ ਦਿੱਤਾ ਉਹ ਫਰਨੀਚਰ ਜਿਹੜਾ ਬਹੁਤ ਸੋਹਣਾ ਲੱਗਿਆ ਮੈਨੂੰ. It had a nice varnish, it had a beautiful grain. ਬਹੁਤ ਸੋਹਣੀ ਵਾਰਨਿਸ਼ ਸੀਗੀ, ਸੋਹਣਾ ਸੀਗਾ ਦੇਖਣ ਨੂੰ ਪੀਸ ਉਹ. But as summer went into autumn and autumn into winter, ਰੁੱਤਾਂ ਬਦਲ ਗਈਆਂ, ਮੌਸਮ ਬਦਲ ਹੀ ਗਏ.
They left that furniture outside in all the weather that comes in South Wales. ਸਾਰੇ ਮੌਸਮ ਜਿਹੜੇ ਸਾਊਥ ਵੇਲਸ ਆਉਂਦੇ ਨੇ ਉਹਨਾਂ ਨੇ ਉਹ ਫਰਨੀਚਰ ਜਿਹੜਾ ਸੀਗਾ ਜੋ ਸੀਗਾ ਫਰਨੀਚਰ ਬਾਹਰ ਪਿਆ ਰਹਿਣ ਦਿੱਤਾ And what had once looked like a nice piece of wooden furniture ਜੋ ਪਹਿਲਾਂ ਕਿਸੇ ਜ਼ਮਾਨੇ ਵਿੱਚ ਇੱਕ ਬਹੁਤ ਸੋਹਣਾ ਲੱਕੜੀ ਦਾ ਫਰਨੀਚਰ ਲੱਗਦਾ ਸੀਗਾ ਦੇਖਣ ਨੂੰ showed itself for what it was. ਅਸਲੀ ਉਹਦਾ ਰੂਪ ਆ ਗਿਆ ਫਿਰ It was a fake. ਬਨੋਟੀ ਸੀਗਾ The veneer peeled off. ਜਿਹੜੀ ਉੱਤੇ ਝਾਲ ਫੇਰੀ ਸੀ ਜਿਹੜਾ ਉੱਤੇ ਜਿਹੜਾ ਲਾਇਆ ਸੀਗਾ ਜਿਹੜਾ ਪਰਦਾ ਸੀਗਾ ਨਾ ਉਹ ਲੈ ਗਿਆ ਸਾਰਾ And inside was nothing but chip, ਅੰਦਰ ਕੀ ਸੀਗਾ ਬੂਰਾ ਭਰਿਆ ਸੀਗਾ ਬੂਰਾ which soon turned to mush. ਬੂਰੇ ਦੇ ਨਾਲ ਕੀ ਹੁੰਦਾ ਕਿ ਜਦੋਂ ਮੀਂਹ ਪੈਂਦਾ ਉੱਤੇ ਉਹ ਖਰਾਬ ਹੋ ਜਾਂਦਾ ਹੈਗਾ And instead of nice furniture sitting outside come the spring, they had nothing but mush on the ground. ਇਸ ਦੇ ਕਿ ਉਹਨਾਂ ਨੇ ਜਿਹੜਾ ਬਾਹਰ ਰੱਖਿਆ ਸੀਗਾ ਸੋਹਣਾ ਫਰਨੀਚਰ ਸੀਗਾ ਉਹ ਜਦੋਂ ਮੌਸਮ ਬਦਲੇ ਰੁੱਤਾਂ ਬਦਲੀਆਂ ਕੀ ਹੋਇਆ ਇੱਕ ਜਿੱਦਾਂ ਕਹਿੰਦੇ ਕਿ ਕੂੜੇ ਦਾ ਢੇਰ ਬਣ ਗਿਆ I pray your Christianity is not merely ceremonial. ਮੇਰੀ ਆਸ ਹੈਗੀ ਕਿ ਤੁਹਾਡਾ ਵਿਸ਼ਵਾਸ ਹੈ ਨਾ ਇਹ ਦਿਖਾਵੇ ਦਾ ਵਿਸ਼ਵਾਸ ਨਾ ਹੋਵੇ For the priesthood and the people, ਯਾਜਕਾਂ ਦੇ ਲਈ ਲੋਕਾਂ ਦੇ ਲਈ it was more of a national identity than a living faith. ਇੱਕ ਪਹਿਚਾਨ ਸੀ ਕਿ ਦੇਖੋ ਅਸੀਂ ਕੌਣ ਹੈਗੇ ਦੇਖੋ ਸਾਡਾ ਰੁਤਬਾ ਕੀ ਹੈਗਾ ਅਸੀਂ ਕੌਣ ਹੈਗੇ ਆ ਉਹ ਦਿਖਾਵਾ ਸੀਗਾ ਲੋਕਾਂ ਦੇ ਅੱਗੇ ਅਸਲ ਨਹੀਂ ਸੀਗਾ You can be the same. You can be heard and have a veneer of faith, ਤੁਸੀਂ ਵੀ ਇੱਕ ਵਿਸ਼ਵਾਸ ਦੀ ਝਾਲ ਤੁਹਾਡੇ ਤੇ ਫੇਰੀ ਹੋ ਸਕਦੀ ਹੈਗੀ ਆ but no true faith. ਸੱਚਾਈ ਅੰਦਰ ਹੈ ਨਹੀਂ ਕੋਈ ਵੀ ਬਾਹਰੋਂ ਵਿਸ਼ਵਾਸ ਦੀ ਝਾਲ ਹੈਗੀ ਝਲਕੀ ਹੈਗੀ ਤੁਹਾਡੇ The people and the priests were dead in their sin. ਯਾਜਕ ਔਰ ਲੋਕੀ ਮਰ ਗਏ ਸੀ ਆਪਣੇ ਪਾਪ ਤੇ ਮੁਰਦਾ ਸੀਗੇ And interestingly, when Paul wrote Romans chapter 2, ਪੌਲਸ ਨੇ ਜਦੋਂ ਰੋਮੀਆਂ 2 ਲਿਖਿਆ he says the same thing of Jews in his own day, ਉਹੀ ਗੱਲ ਉਹਨੇ ਆਪਣੇ ਬਾਰੇ ਵੀ ਲਿਖੀ ਸੀ which is why Romans 3 verse 23 says, for there is no difference. ਰੋਮੀਆਂ 33 ਚ ਲਿਖਿਆ ਕੋਈ ਵੀ ਫਰਕ ਨਹੀਂ ਹੈਗਾ No difference between Jew, no difference between Gentile. ਯਹੂਦੀ ਔਰ ਗੈਰ ਕੌਮੀ ਵਿੱਚ ਕੋਈ ਫਰਕ ਨਹੀਂ ਹੈਗਾ We are all the same. We've all sinned. ਸਭ ਇੱਕੋ ਜਿਹੇ ਹੈਗੇ ਸਾਰਿਆਂ ਨੇ ਪਾਪ ਕੀਤਾ ਹੈਗਾ You see, God's people here were using religion as a cover. ਇੱਥੇ ਪਰਮੇਸ਼ਰ ਦੇ ਲੋਕ ਹੈ ਨਾ ਧਰਮ ਦਾ ਇਸਤੇਮਾਲ ਕਰਦੇ ਸੀਗੇ ਇੱਕ ਓੜਨਾ ਬਣ ਕੇ ਇੱਕ ਧੋਖੇ ਦੇ ਲਈ And there are so many people in the world today doing exactly the same ਅੱਜ thing. ਵੀ ਦੁਨੀਆ ਵਿੱਚ ਬਹੁਤ ਸਾਰੇ ਲੋਕ ਹੈਗੇ ਜਿਹੜੇ ਬਿਲਕੁਲ ਇਹੀ ਕੁਝ ਕਰਦੇ ਆ Yet everyone born into this world is a sinner. ਪਰ ਜਿੰਨੇ ਵੀ ਸਾਰੇ ਦੁਨੀਆ 'ਚ ਪੈਦਾ ਹੋਏ ਨਾ ਸਾਰੇ ਦੇ ਸਾਰੇ ਪਾਪੀ ਪੈਦਾ ਹੋਏ ਆ And as a result, we're all under the judgment of God. ਅਸੀਂ ਸਾਰੇ ਪਰਮੇਸ਼ਰ ਦੇ ਕ੍ਰੋਧ ਦੇ ਥੱਲੇ ਹੈਗੇ ਆ Let me be plain and clear. ਸਾਫ਼ ਤੁਹਾਨੂੰ ਗੱਲ ਦੱਸੀਏ ਸਿੱਧੀ If you have never trusted in Jesus as Lord and Savior, ਜੇ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਪਰਮੇਸ਼ਰ ਮੁਕਤੀਦਾਤਾ ਕਰਕੇ ਨਹੀਂ ਮੰਨਿਆ ਹਜੇ ਤੱਕ you are under the judgment of God. ਤੁਸੀਂ ਪਰਮੇਸ਼ਰ ਦੇ ਕ੍ਰੋਧ ਦੇ ਉਹਦੇ ਕਾਨੂੰਨ ਦੇ ਥੱਲੇ ਹੈਗੇ ਆ And you cannot deal with your own sin. ਤੁਸੀਂ ਖੁਦ ਆਪਣੇ ਆਪ ਆਪਣੇ ਪਾਪ ਦਾ ਨਿਬੇੜਾ ਨਹੀਂ ਕਰ ਸਕਦੇ I can't do it and you can't ਮੈਂ ਨਹੀਂ do ਕਰ it. ਸਕਦਾ ਤੁਸੀਂ ਨਹੀਂ ਕਰ ਸਕਦੇ ਕੋਈ ਨਹੀਂ ਕਰ ਸਕਦਾ And it doesn't matter how we try to cover up our sin. ਕੋਈ ਫਰਕ ਨਹੀਂ ਪੈਂਦਾ ਜਿੱਦਾਂ ਮਰਜੀ ਤੁਸੀਂ ਨਾ ਆਪਣੇ ਪਾਪ ਨੂੰ ਲੁਕਾਉਣ ਦੀ ਢੱਕਣ ਦੀ ਕੋਸ਼ਿਸ਼ ਕਰੋ ਕੋਈ ਫਰਕ ਨਹੀਂ ਪੈਂਦਾ And religion is a great way of trying to cover your sin. ਧਰਮ ਇੱਕ ਬਹੁਤ ਸੋਹਣਾ ਪਰਦਾ ਹੈਗਾ ਕਿ ਧਰਮ ਦਾ ਉੱਤੇ ਨਾ ਪਾ ਕੇ ਤੁਸੀਂ ਆਪਣੇ ਪਰਦੇ ਦੇ ਨਾਲ ਨਾ ਤੁਸੀਂ ਆਪਣੇ ਪਾਪ ਢੱਕ ਦੋ You put on your Christian uniform ਤੁਸੀਂ ਕ੍ਰਿਸਚੀਅਨ ਵਰਦੀ ਪਾ ਕੇ ਆ ਜਾਂਦੇ ਆ or your Muslim ਤੁਸੀਂ uniform ਆਪਣੀ ਮੁਸਲਮਾਨ ਦੀ ਵਰਦੀ ਪਾ ਕੇ ਆ ਜਾਂਦੇ ਆ or your Hindu or your Sikh. ਹਿੰਦੂਆਂ ਦੀ ਸਿੱਖਾਂ ਦੀ ਵਰਦੀ ਪਾ ਕੇ ਆ ਜਾਂਦੇ ਆ Whatever it is, it's just a cover to ਜੋ ਵੀ hide ਹੈ your sin. ਜੋ ਵੀ ਹੈ ਉਹ ਇੱਕ ਵਰਦੀ ਹੈਗੀ ਹੈ ਜਿਹੜੇ ਤੁਹਾਡੇ ਅਸਲੀ ਪਾਪ ਨੂੰ ਢੱਕ ਕੇ ਰੱਖਦੀ ਆ Some people try to cover their sin with clever arguments. ਕੁਝ ਲੋਕੀ ਆਪਣੇ ਪਾਪ ਨੂੰ ਕਹਿੰਦੇ ਢੱਕਦੇ ਹੈਗੇ ਆ ਬਹੁਤ ਸੋਹਣੀਆਂ ਦਲੀਲਾਂ ਪੇਸ਼ ਕਰਕੇ Perhaps you've been on the internet ਇੰਟਰਨੈਟ ਤੇ ਜਾਓ ਤੁਸੀਂ and you've listened to the internet experts. ਇੰਟਰਨੈਟ ਤੇ ਜਿਹੜੇ ਐਕਸਪਰਟ ਹੈਗੇ ਆ ਉਹਨਾਂ ਦੀ ਤੁਸੀਂ ਗੱਲਾਂ ਸੁਣਦੇ ਆ And they seem to have all the arguments in the world. ਉਹਨਾਂ ਕੋਲ ਸਾਰੀਆਂ ਗੱਲਾਂ ਦੇ ਸਾਰੇ ਜਵਾਬ ਹੈਗੇ ਆ But when it's all said and done, ਪਰ ਜਦੋਂ ਸਭ ਕੁਝ ਕੀਤਾ ਜਾਂਦਾ ਸਭ ਕੁਝ ਹੋ ਗਿਆ it's just trying to hide your sin. ਕੀ ਹੈਗੀ ਆ ਉਹ ਵੀ ਆਪਣੇ ਪਾਪ ਨੂੰ ਢੱਕਣ ਦੀ ਲੁਕਾਉਣ ਦੀ ਕੋਸ਼ਿਸ਼ ਕਰਦੇ ਆ ਬਸ And perhaps you're just simply trying to cover your sin by saying, it's fine. ਹੋ ਸਕਦਾ ਤੁਸੀਂ ਆਪਣੇ ਪਾਪ ਨੂੰ ਢੱਕਦੇ ਕਹਿ ਕੇ ਕੋਈ ਗੱਲ ਨਹੀਂ ਠੀਕ ਹੈ ਯਾਰ
It's fine for me, and anyway, everybody does ਦੇਖੋ it. ਮੈਂ ਕਰਦਾ, ਮੈਂ ਵੀ ਸਾਰੇ ਕਰਦੇ ਹੈਗੇ, ਮੈਂ ਕਿਹੜਾ ਇਕੱਲਾ ਕਰਦਾ, ਸਾਰੇ ਕਰਦੇ ਆ, ਕੋਈ ਗੱਲ ਨਹੀਂ, ਠੀਕ ਆ, ਸਾਰੇ ਕਰਦੇ ਆ। However you're doing it, you're covering your sin. ਜੋ ਮਰਜ਼ੀ ਕਰੋ, ਜਿੱਦਾਂ ਮਰਜ਼ੀ ਕਰੋ, ਇੱਕ ਕੰਮ ਤਾਂ ਕਰਦੇ ਆ ਨਾ, ਤੁਸੀਂ ਆਪਣੇ ਪਾਪ ਨੂੰ ਲੁਕਾਉਨੇ ਆ, ਢੱਕਦੇ ਹੈਗੇ ਆ ਬਸ। But however you try to cover your sin, ਜਿੱਦਾਂ ਮਰਜ਼ੀ ਤੁਸੀਂ ਕੋਸ਼ਿਸ਼ ਕਰਦੇ ਆਪਣੇ ਪਾਪ ਨੂੰ ਢੱਕਣ ਦੇ ਲਈ, you're a breaker of God's law and under his judgment. ਤੁਸੀਂ ਉਹਦੇ ਹੁਕਮ ਨੂੰ ਤੋੜਨ ਵਾਲੇ, ਉਹਦੀ ਸ਼ਰ੍ਹਾ ਨੂੰ ਤੋੜਨ ਵਾਲੇ, ਉਹਦੇ ਤੁਸੀਂ ਹਿਸਾਬਦਾਰ ਹੈਗੇ ਆ। You have no hope before God. ਕੋਈ ਆਸ ਨਹੀਂ ਕਿ ਤੁਹਾਡੇ ਕੋਲ ਰੱਬ ਦੇ ਅੱਗੇ। Why? ਕਿਉਂ? Because, Kyunki- verse 16, there is no man. 16 ਚ ਕੀ ਲਿਖਿਆ ਕਿ ਕੋਈ ਵੀ ਇਨਸਾਨ ਨਹੀਂ, You have no intercessor. ਕੋਈ ਵੀ ਤੁਹਾਡੇ ਕੋਲ ਸਿਫਾਰਿਸ਼ ਕਰਨ ਵਾਲਾ ਨਹੀਂ ਹੈਗਾ, Nobody who can plead on your behalf. ਕੋਈ ਨਹੀਂ ਹੈਗਾ ਜਿਹੜਾ ਤੁਹਾਡੇ ਬਦਲੇ, ਤੁਹਾਡੇ ਲਈ ਉਹਦੇ ਅੱਗੇ ਮਿਹਨਤ ਕਰ ਸਕੇ, ਤਰਲੇ ਕਰ ਸਕੇ। Nobody who can do for you what you cannot do for yourself. ਕੋਈ ਨਹੀਂ ਹੈਗਾ ਜਿਹੜਾ ਤੁਹਾਡੇ ਲਈ ਉਹ ਕਰ ਸਕੇ ਜੋ ਤੁਸੀਂ ਆਪਣੇ ਆਪ ਦੇ ਲਈ ਨਹੀਂ ਕਰ ਸਕਦੇ ਹੈਗੇ। And if God were to call you to stand before him right now, ਜੇ ਪਰਮੇਸ਼ਰ ਤੁਹਾਨੂੰ ਹੁਣ ਐਸੀ ਵੇਲੇ ਹੁਣੇ ਕਹੇ ਨਾ ਕਿ ਮੇਰੇ ਮੋਹਰੇ ਖੜੇ ਹੋ ਕੇ ਮੈਨੂੰ ਹਿਸਾਬ ਦਿਓ ਹੁਣੇ, if you were to face his judgment, as one day you will, ਇੱਕ ਦਿਨ ਕਰਨਾ ਸੀ ਸਾਰਿਆਂ ਨੇ, ਪਰ ਜੇ ਤੁਹਾਨੂੰ ਪ੍ਰਭੂ ਅੱਜ ਕਹੇ ਨਾ, ਹੁਣ ਐਸੀ ਵੇਲੇ ਕਹੇ ਕਿ ਮੇਰੇ ਮੋਹਰੇ ਖੜੇ ਹੋ ਕੇ ਨਾ ਹੁਣੇ ਹੀ ਮੈਨੂੰ ਆਪਣਾ ਹਿਸਾਬ ਦਿਓ, you would have no answer and no excuse. ਕੀ ਜਵਾਬ ਦੋਗੇ ਸੀ? ਕਿਹੜਾ ਬਹਾਨਾ ਹੈਗਾ ਤੁਹਾਡੇ ਕੋਲ? ਕੀ ਕਹੋਗੇ ਤੁਸੀਂ ਰੱਬ ਨੂੰ? You would stand before God with no cover for your sin. ਕੋਈ ਤੁਹਾਡੇ ਕੋਲ ਪਰਦਾ ਨਹੀਂ ਹੈ, ਉਸ ਵੇਲੇ ਰਹੋਗੇ ਆਪਣੇ ਪਾਪ ਨੂੰ ਢੱਕਣ ਦੇ ਲਈ, ਤੁਸੀਂ ਨੰਗੇ ਹੋਵੋਗੇ ਉਹਦੇ ਮੋਹਰੇ। There would be none to intercede. ਕੋਈ ਨਹੀਂ ਹੋਊਗਾ ਉਸ ਵੇਲੇ ਤੁਹਾਡੀ ਸਿਫਾਰਿਸ਼ ਕਰਨ ਦੇ ਲਈ, ਤੁਹਾਡੇ ਬਦਲੇ ਮਿਹਨਤਾਂ ਕਰਨ ਦੇ ਲਈ। You need to come to the same position as David in Psalm 51. ਜ਼ਬੂਰ 51 ਵਿੱਚ ਜਿੱਥੇ ਦਾਊਦ ਸੀਗਾ ਨਾ, ਉਸੇ ਜਗ੍ਹਾ ਤੇ ਅਸੀਂ ਮੁੜ ਕੇ ਆਈਏ, ਉੱਥੇ ਆਈਏ ਅਸੀਂ। And unless you do, there's no answer to your sin or the judgment of God. ਜਿੰਨਾ ਚਿਰ ਅਸੀਂ ਆਹ ਜੋ ਲਿਖਿਆ, ਜਿੰਨਾ ਚਿਰ ਅਸੀਂ ਇਹ ਨਹੀਂ ਕਰਦੇ ਹੈਗੇ ਨਾ, ਉਹਨਾਂ ਚਿਰ ਨਾ ਤੁਹਾਡੇ ਪਾਪ ਦਾ ਜਵਾਬ ਹੈਗਾ ਤੇ ਨਾ ਤੁਹਾਡੇ ਕੰਮਾਂ ਦਾ ਜਵਾਬ ਹੈਗਾ। Let me read what David said. ਪੜ੍ਹੋ ਕੀ ਲਿਖਿਆ ਜ਼ਬੂਰ 51 ਵਿੱਚ। He said to the Lord, I acknowledge my transgressions and my sin is always before me. Against you and you only have I sinned. Sorry. ਜ਼ਬੂਰ 51 तीसरी ਤੇ चौथी आयत की लिखा हैगा, ज़बूर 51, क्योंकि मैं अपनी खताओं को मानता हूं और मेरा गुनाह हमेशा तेरे सामने है। मैंने फक्त तेरा ही गुनाह किया है और वो काम किया है जो तेरी नजर में बुरा है। And don't try telling me that's the God of the Old Testament. ये ना क्यों ਤੁਸੀਂ ਕਹਿੰਦਾ ਪੁਰਾਣੇ ਨੇਮ ਦੇ ਰੱਬ ਦੀ ਗੱਲ ਹੋ ਰਹੀ ਹੈਗੀ ਹੈ, ਇਹ ਅੱਜ ਦੇ ਲਈ ਵਾਜਿਬ ਨਹੀਂ ਹੈਗਾ। We all know John 3:16. यूहन्ना 3:16 ਦਾ ਪਤਾ ਕੀ ਲਿਖਿਆ? But do you know John 3:18? यूहन्ना 3:18 ਵਿੱਚ ਕੀ ਲਿਖਿਆ ਹੈਗਾ? Where Jesus says to Nicodemus, ਪ੍ਰਭੂ ਨੇ ਕਿਹਾ ਨਿਕੋਦੀਮਸ ਨੂੰ, if you do not believe, you are condemned already. ਜੇ ਤੂੰ ਨਹੀਂ ਵਿਸ਼ਵਾਸ ਕਰਦਾ ਨਾ, ਤੂੰ ਪਹਿਲਾਂ ਹੀ ਗੁਨਾਹਗਾਰ ਠਹਿਰਾਇਆ ਗਿਆ। Because you have not believed in the name of the only begotten Son of God. ਕਿਉਂਕਿ ਤੂੰ ਉਸ ਅਕੇਲੇ ਅਹਿਦ ਵਾਹਿਦ ਖੁਦਾ ਪ੍ਰਭੂ ਯਿਸੂ ਮਸੀਹ ਦੇ ਨਾਮ ਤੇ ਵਿਸ਼ਵਾਸ ਨਹੀਂ ਕੀਤਾ ਨਾ, ਹੁਣੇ ਹੀ ਤੂੰ ਗੁਨਾਹਗਾਰ ਠਹਿਰਾਇਆ ਗਿਆ ਹੈਗਾ। If you have not trusted in Jesus for salvation, ਜੇ ਤੁਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਪਣੀ ਮੁਕਤੀ ਦੇ ਲਈ ਨਹੀਂ ਵਿਸ਼ਵਾਸ ਕੀਤਾ ਹੈ ਤੱਕ, you are not saved. ਤੁਸੀਂ ਬਚਾਏ ਗਏ ਨਹੀਂ ਹੈਗੇ। You need to see the danger you're in. ਦੇਖੋ ਤੁਸੀਂ ਕਿੰਨੇ ਖਤਰੇ 'ਚ ਹੈਗੇ ਇਸ ਵੇਲੇ। You need to admit the danger you're in. ਇਕਰਾਰ ਕਰੋ, ਮੰਨੋ ਕਿ ਮੈਂ ਖਤਰੇ 'ਚ ਹੈਗਾ। It's the beginning of salvation. ਇਹ ਮੁਕਤੀ ਦੀ ਸ਼ੁਰੂਆਤ ਹੈਗੀ ਆ। Then in the second place, I want us to see what the Lord did. ਪਰਮੇਸ਼ਰ ਨੇ ਕੀ ਕੀਤਾ ਹੈਗਾ, ਉਹ ਦੂਸਰੀ ਗੱਲ ਸੀ ਦਿਖਣੀ ਆ। Israel's sin displeased God. ਇਜ਼ਰਾਈਲ ਦੇ ਪਾਪ ਦੇ ਕਰਕੇ ਰੱਬ ਨੂੰ ਦੁੱਖ ਲੱਗਿਆ। And it displeased God that there was no one who would deal with Israel's sin. ਰੱਬ ਨੂੰ ਇਹਨਾਂ ਦੁੱਖ ਲੱਗਿਆ ਕਿ ਇਜ਼ਰਾਈਲ ਦੇ ਪਾਪ ਦਾ ਨਿਬੇੜਾ ਕਰਨ ਦੇ ਲਈ ਕੋਈ ਵੀ ਨਹੀਂ ਹੈਗਾ। There was no intercessor. ਕੋਈ ਨਹੀਂ ਹੈਗਾ ਸਿਫਾਰਿਸ਼ ਕਰਨ ਵਾਲਾ। Where were the priests? Where was the high priest? ਕਿੱਥੇ ਚਲ ਗਏ ਯਾਜਕ, ਕਿੱਥੇ ਚਲ ਗਏ ਮਹਾਯਾਜਕ? Wallowing in their sin with everybody else. ਬਾਕੀ ਲੋਕਾਂ ਦੇ ਨਾਲ ਨਾ ਉਹ ਆਪਣੇ ਪਾਪ ਦੇ ਵਿੱਚ ਖੁੱਬੇ ਹੋਏ ਸੀਗੇ। ਯਾਜਕ ਵੀ They were just showmen. ਦਿਖਾਵੇ ਦੇ ਸੀਗੇ, ਬਹਿਰੂਪੀਏ। Entertainers, more interested in themselves. ਆਪਣਾ ਉਹਨਾਂ ਨੂੰ ਜ਼ਿਆਦਾ ਚਿੰਤਾ ਸੀਗੀ, ਦਿਖਾਵਾ ਕਰਦੇ ਸੀਗੇ, ਮਖੌਲ ਕਰਦੇ ਸੀਗੇ, ਬਹਿਰੂਪੀਏ ਸੀਗੇ ਉਹ। So Yahweh makes salvation possible in his own person. ਯਹਵੇ ਨੇ, ਪਰਮੇਸ਼ਵਰ ਨੇ ਆਪਣੇ ਆਪ ਦੇ ਵਿੱਚ, ਆਪਣੇ ਵਜੂਦ ਦੇ ਵਿੱਚ ਉਹਨੇ ਮੁਕਤੀ ਨੂੰ ਮੁਮਕਿਨ ਕੀਤਾ।
halfway through verse 16. 16 आयत दा देखो अध Therefore, Yahweh's own arm brought salvation for Yahweh. ਯਹਵੇ ਦੀ ਬਾਜ਼ੂ ਨੇ ਖੁਦ ਆਪਣੇ ਦੇ ਲਈ ਮੁਕਤੀ ਲੈ ਕੇ ਆਂਦੀ And Yahweh's own righteousness, it sustained Yahweh. ਯਹਵੇ ਉਹੀ ਹੈਗਾ ਯਹੋਵਾ ਉਹੀ ਹੈਗਾ Notice how he is then described in verse 17. 17 ਆयਤ ਚ ਕਿਦਾਂ ਉਹਦਾ ਬਿਆਨ ਕੀਤਾ ਗਿਆ ਹੈ He is described as a warrior going to battle. ਇੱਕ ਯੋਧਾ ਜਿਹੜਾ ਜੰਗ ਵਿੱਚ ਜਾ ਰਿਹਾ ਹੈਗਾ ਬਹਾਦਰ ਇਨਸਾਨ ਜਿਹੜਾ ਜੰਗ ਵਿੱਚ ਜਾ ਰਿਹਾ ਹੈਗਾ ਉਸ ਤਰ੍ਹਾਂ ਬਿਆਨ ਕੀਤਾ ਗਿਆ ਹੈਗਾ As those verses were read to us and we got to verse 17, ਆਇਤਾਂ ਜਿਹੜੀ ਪੜ੍ਹੀ ਗਈਆਂ ਇਸ ਵੇਲੇ ਜਦੋਂ ਅਸੀਂ 17 ਆਇਤ ਤੱਕ ਪਹੁੰਚਦੇ ਹੈਗੇ ਆ Christian, if you know your Bible, a little light bulb should have come on. ਜੇ ਤੁਸੀਂ ਆਪਣੀ ਬਾਈਬਲ ਜਾਣਦੇ ਨਾ ਇਹ ਆਇਤ ਨੂੰ ਸੁਣ ਕੇ ਤੁਹਾਡੇ ਅੰਦਰ ਇੱਕ ਲਾਲ ਬੱਤੀ ਜਗਣੀ ਚਾਹੀਦੀ ਸੀ ਇਸ ਵੇਲੇ A picture familiar from Ephesians chapter 6. ਇਫਸੀਆਂ 6 ਦੀ ਤਸਵੀਰ ਹੈਗੀ ਆ What does Paul say there? ਇਫਸੀਆਂ 'ਚ ਕੀ ਲਿਖਿਆ Put on the full armor of the Lord. ਪਰਮੇਸ਼ਰ ਦੇ ਪੂਰੇ ਸ਼ਸਤਰ ਵਸਤਰ ਪਹਿਨ ਲਓ And what do so many say? ਬਾਕੀ ਦੇ ਲੋਕ ਕੀ ਕਹਿੰਦੇ ਆ Well, Paul was looking at a Roman legionary soldier. ਪੌਲਸ ਤਾਂ ਨਾ ਰੋਮੀ ਜਿਹੜੇ ਉਸ ਵੇਲੇ ਜਿਹੜੇ ਸਿਪਾਹੀ ਸੀਗੇ ਉਹਨਾਂ ਵੱਲ ਦੇਖ ਕੇ ਕਹਿੰਦਾ ਸੀਗਾ ਕਿ ਸਾਰੇ ਵਸਤਰ ਪਹਿਨ ਲਓ ਉਹ ਤਾਂ ਉਦਾਂ ਗੱਲ ਕਰਦਾ ਸੀਗਾ Aside from the fact that Paul was not guarded by a Roman legionary soldier, ਪਰਮੇਸ਼ਰ ਪੌਲਸ ਨੂੰ ਰੋਮੀ ਫੌਜਾਂ ਨੇ ਨਹੀਂ ਸੰਭਾਲ ਕੇ ਰੱਖਿਆ ਸੀਗਾ Paul knew his Bible. ਪੌਲਸ ਆਪਣੀ ਬਾਈਬਲ ਨੂੰ ਅੱਛੀ ਤਰ੍ਹਾਂ ਜਾਣਦਾ ਸੀਗਾ He knew Isaiah 59 verse 17. ਇਸ਼ਾਇਆ 59:17 ਆਇਤ ਨੂੰ ਚੰਗੀ ਤਰ੍ਹਾਂ ਜਾਣਦਾ ਸੀਗਾ ਉਹ When Paul called it the armor of the Lord, ਪੌਲਸ ਕਹਿੰਦਾ ਕਿ ਯਹੋਵਾ ਦੇ ਸ਼ਸਤਰ ਵਸਤਰ ਹੈਗੇ ਆ he meant that it was the armor of the Lord. ਉਹ ਤਾਂ ਦਿਨੋਂ ਕਹਿੰਦਾ ਕਿ ਵਸਤਰ ਪ੍ਰਭੂ ਦੇ ਵਸਤਰ ਹੈਗੇ ਆ This is where Ephesians 6 comes from. Isaiah 59:17. ਇਸ਼ਾਇਆ 59:17 ਦੇ ਵਿੱਚੋਂ ਹੀ ਇਫਸ਼ਾ ਆਉਂਦਾ ਹੈਗਾ God as a mighty warrior going out to save. ਪਰਮੇਸ਼ਵਰ ਸਰਵ ਸ਼ਕਤੀਮਾਨ ਯੋਧਾ ਹੈਗਾ ਜਿਹੜਾ ਲੋਕਾਂ ਨੂੰ ਬਚਾਉਣ ਦੇ ਲਈ ਜਾ ਰਿਹਾ ਜੰਗ ਵਿੱਚ And look how he goes out, verse 17. ਸਾਰਾ ਦੇਖੋ ਕਿੱਦਾਂ ਜਾਂਦਾ ਹੈਗਾ He is dressed in a breastplate of his own righteousness. हाँ उसने रास्तबाजी का पटका पहना Israel had no righteousness. इस इजराइल दे कोल कोई रास्तबाजी बची नहीं सकी My friend, you and I by nature, we have no ਤੁਸੀਂ righteousness. ਤੇ ਮੈਂ ਫਿਤਰਤ ਦੇ ਅਨੁਸਾਰ ਹੈ ਨਾ ਸਾਡੇ ਕੋਲ ਆਪਣੀ ਕੋਈ ਵੀ ਰਾਸਤਬਾਜ਼ੀ ਨਹੀਂ ਹੈਗੀ The Lord went out in his own righteousness, ਪਰਮੇਸ਼ਰ ਆਪਣੀ ਰਾਸਤਬਾਜ਼ੀ ਦੇ ਵਿੱਚ ਗਿਆ dressed in a helmet of the salvation he would win. ਸਿਰ ਦੇ ਉੱਤੇ ਉਹਨੇ ਟੋਪ ਰੱਖਿਆ ਮੁਕਤੀ ਦਾ ਜਿਹੜਾ ਕਿ ਸਿਰਫ ਉਹੀ ਪਹਿਨ ਸਕਦਾ ਔਰ ਉਹੀ ਜਿੱਤ ਲੈ ਕੇ ਆ ਸਕਦਾ ਹੈਗਾ Salvation on his head. ਉਹਨੇ ਸਿਰ ਤੇ ਮੁਕਤੀ ਪਹਿਨ ਲਈ ਪਰਮੇਸ਼ਰ ਨੇ Then he is dressed in garments of vengeance. ਫਿਰ ਉਹਨੇ ਬਦਲਾ ਲੈਣ ਵਾਲੇ ਵਸਤਰ ਪਹਿਨੇ ਹੈਗਾ ਮੁਕਤੀ ਦਾ ਟੋਪ ਹੈਗਾ ਪਰ ਬਾਕੀ ਦੇ ਵਸਤਰ ਬਦਲਾ ਲੈਣ ਵਾਲੇ ਆ Salvation for all who would be saved. ਸਾਰਿਆਂ ਦੇ ਲਈ ਮੁਕਤੀ ਹੈਗੀ ਜਿੰਨੇ ਬਚਾਏ ਜਾਂਦੇ ਹੈਗੇ ਆ Judgment and hell for all who would not. ਕਿਆਮਤ ਔਰ ਮੌਤ ਉਹਨਾਂ ਦੇ ਲਈ ਜਿਹੜੇ ਨਹੀਂ ਵਿਸ਼ਵਾਸ ਕਰੂਗੇ And finally, there is zeal as a cloak. ਉਹਦਾ ਜਿਹੜਾ ਜੁਬਾ ਹੈਗਾ ਉਹ ਮਤਲਬ ਉਹਦੇ ਚ ਉਹ ਗੈਰਤ ਦਾ ਜੁਬਾ ਹੈਗਾ For God would pursue this right to the end. ਪਰਮੇਸ਼ਰ ਨੇ ਅੰਤ ਤੱਕ ਜਾਣਾ ਹੈਗਾ ਮੁਕਤੀ ਪਾਉਣ ਦੇ ਲਈ ਮੁਕਤੀ ਹਾਸਲ ਕਰਨ ਦੇ ਲਈ ਅਦਵਚ ਨੂੰ ਨਹੀਂ ਛੱਡ ਗਿਆ ਨਾ He would not give up. He would achieve salvation. ਰੱਬ ਨੇ ਮੁਕਤੀ ਹਾਸਲ ਕਰਨੀ ਆ ਉਹ ਅਦਵਚ ਛੱਡ ਕੇ ਕੁਝ ਨਹੀਂ ਆਉਂਦਾ ਹੈਗਾ ਜਦੋਂ ਜਾਂਦਾ ਪੂਰਾ ਕਰਦਾ Now, many unbelieving theologians ਜਿਹੜੇ ਜਵਾਨ ਲੋਕ ਹੈਗੇ ਜਿਹੜੇ ਕਿ ਆਪਣੇ ਦਿਮਾਗ ਨਾਲ ਸੋਚਦੇ ਹੈਗੇ ਆ ਨਾ ਬਾਈਬਲ ਦੀ ਗੱਲਾਂ they sit in the universities and they say, ਉਹ ਯੂਨੀਵਰਸਿਟੀਆਂ ਦੇ ਵਿੱਚ ਬੈਠ ਕੇ ਪੜ੍ਹਦੇ ਆ ਸੋਚਦੇ ਹੈਗੇ ਆ oh, this is just talking about the return to Jerusalem. ਆਹ ਤੇ ਗੱਲ ਹੋ ਰਹੀ ਹੈਗੀ ਆ ਯਰੂਸ਼ਲਮ ਦੇ ਵਾਪਸ ਜਾਣ ਦੇ ਲਈ ਇਹ ਤਾਂ ਉਹ ਗੱਲ ਹੀ ਕਰ ਰਿਹਾ ਹੈਗਾ But what we see here goes way beyond the return to ਪਰ ਜੋ Jerusalem. ਲਿਖਿਆ ਗਿਆ ਨਾ ਯਰੂਸ਼ਲਮ ਵਾਪਸ ਆਉਣ ਤੋਂ ਕਿਤੇ ਹੀ ਅੱਗੇ ਪ੍ਰਭੂ ਗੱਲ ਕਰਦੇ ਹੈਗੇ ਬਹੁਤ ਅੱਗੇ ਗੱਲ ਕਰਦੇ ਹੈਗੇ Here is God glorious in power. ਅਤੇ ਪਰਮੇਸ਼ਰ ਮਹਿਮਾ ਦੇ ਵਿੱਚ ਸਰਵ ਸ਼ਕਤੀਮਾਨ He is almighty in purpose. ਆਪਣੇ ਇਰਾਦੇ ਵਿੱਚ ਅਟਲ ਪੱਕਾ ਸਰਵ ਸ਼ਕਤੀਮਾਨ He is holy in righteousness that is his own. ਰਾਸਬਾਜ਼ੀ ਉਹਦੀ ਆਪਣੀ ਰਾਸਬਾਜ਼ੀ ਹੈਗੀ ਹੈ ਨਾ
ਉਹਦੇ ਵਿੱਚ ਉਹ ਪੱਕਾ ਹੈਗਾ, ਅਟਲ ਹੈਗਾ, And he is doing what nobody else could. ਕਿਉਂਕਿ ਪਰਮੇਸ਼ਰ ਉਹ ਕੁਝ ਕਰ ਰਿਹਾ ਹੈਗਾ ਜੋ ਬਾਕੀ ਦੇ ਨਾ ਕੋ ਕਰ ਸਕਦੇ ਆ, ਨਾ ਕਰ ਸਕਦੇ ਸੀਗੇ। Winning salvation for the Jew. ਯਹੂਦੀਆਂ ਦੇ ਲਈ ਮੁਕਤੀ, And verse 19, winning salvation 19 ਆਇਤ ਮੁਕਤੀ ਕਿਹਦੇ ਲਈ? for people from the east to the west. ਮਸ਼ਰਕ ਤੋਂ ਲੈ ਕੇ ਦੂਸਰੇ ਪੂਰਬ ਤੋਂ ਲੈ ਕੇ ਪੱਛਮ ਤੱਕ ਉਹਨਾਂ ਲੋਕਾਂ ਦੇ ਲਈ ਮੁਕਤੀ ਹਾਸਲ ਕਰਦੇ ਆ। Isn't that what we read in Matthew chapter 1? ਮਤੀ ਅਕਸ਼ੇ ਨਹੀਂ ਲਿਖਿਆ ਹੈਗਾ। I wonder if I asked you what verse in the Bible is perhaps the most important in the New Testament. ਨਵੇਂ ਨਿਯਮ ਵਿੱਚ ਤੁਹਾਨੂੰ ਪੁੱਛਾਂ ਮੈਂ ਭਾਈ ਕਹਿੰਦੇ ਨਵੇਂ ਨਿਯਮ ਕਿਹੜੀ ਇੱਕ ਆਇਤ ਹੈਗੀ ਹੈ ਜਿਹੜੀ ਕਿ ਬਹੁਤ ਜ਼ਰੂਰੀ ਹੈਗੀ ਆ? Most important in understanding the whole Bible. ਸਾਰੀ ਬਾਈਬਲ ਨੂੰ ਸਮਝਣ ਦੇ ਲਈ ਕਿਹੜੀ ਇੱਕ ਆਇਤ ਹੈਗੀ ਨਵੇਂ ਨਿਯਮ ਵਿੱਚ ਜਿਹੜੀ ਕਿ ਬਹੁਤ ਜ਼ਰੂਰੀ ਆ? I wonder what you'd say. ਕਿਹੜੀ ਕਹੋਗੇ? Now, I'm not going to ask you now. I'm not going to put you on the spot. ਉਹਨੇ ਪੁੱਛਾਂਗੇ ਜੇ ਤੁਹਾਨੂੰ ਪਤਾ ਹੈਗਾ ਤਾਂ ਦੱਸੋ। But I think that probably up there is Matthew chapter 1 and verse 1. ਮਤੀ ਪਹਿਲਾ ਚੈਪਟਰ ਪਹਿਲੀ ਆਇਤ। This is the book of the genealogy of Jesus Christ, the son of David, the son of Abraham. ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਨਸਬਨਾਮੇ ਦੀ ਕਿਤਾਬ ਦਾਊਦ ਪਰਮੇਸ਼ਰ ਦਾ ਪੁੱਤਰ। There you have all of God's redeeming work in history. ਇਤਿਹਾਸ ਦੇ ਵਿੱਚ ਜਿੰਨਾ ਵੀ ਪਰਮੇਸ਼ਰ ਨੇ ਕੰਮ ਕੀਤਾ ਹੈਗਾ ਮੁਕਤੀ ਲੈ ਕੇ ਆਉਣ ਦੇ ਲਈ ਉਹ ਸਾਰਾ ਕੁਝ ਜਿਹੜਾ ਹੈਗਾ ਨਾ ਮਤੀ ਪਹਿਲਾ ਚੈਪਟਰ ਪਹਿਲੀ ਆ ਜਾਂਦਾ ਹੈਗਾ। And we are told that Jesus is the Messiah, ਯੀਸ਼ੂ ਮਸੀਹ ਮਸੀਹਾ ਹੈ, coming to fulfill God's promises. ਪਰਮੇਸ਼ਰ ਦੇ ਇਰਾਦਿਆਂ ਨੂੰ ਹੁਕਮਾਂ ਨੂੰ ਪੂਰਾ ਕਰਨ ਦੇ ਲਈ ਆਇਆ। Promises made to David, promises made to Abraham. ਦਾਊਦ ਨੂੰ ਜਿਹੜੇ ਵਾਅਦੇ ਕੀਤੇ ਗਏ, ਅਬਰਾਹਮ ਨੂੰ ਜਿਹੜੇ ਵਾਅਦੇ ਕੀਤੇ ਗਏ। Because he is Emmanuel, God with us. ਇਮਾਨੂਅਲ, ਇਹ ਸਾਡੇ ਪਰਮੇਸ਼ਰ ਸਾਡੇ ਨਾਲ। And he is coming, verse 21 of Matthew 1, to save his people from their sin. ਮਤੀ ਕੀ ਲਿਖਿਆ ਕਿ ਉਹ ਆ ਰਿਹਾ ਹੈਗਾ ਕਾਹਦੇ ਲਈ? ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਉਣ ਦੇ ਲਈ। He did that by dying on the cross. ਉਹ ਕੀਤਾ ਪ੍ਰਭੂ ਨੇ ਸਲੀਬ ਤੇ ਮਾਰ ਕੇ। He did that by rising again. ਜੀ ਉੱਠੇ ਪ੍ਰਭੂ ਯੀਸ਼ੂ। He deals with our sin. ਸਾਡੇ ਪਾਪ ਦਾ ਨਿਬੇੜਾ ਕੀਤਾ ਉਹਨੇ। And he deals with it as only the God-man could. ਉਹੀ ਕਰ ਸਕਦਾ ਸੀ ਜਿਹੜੇ ਕਿ ਪਰਮੇਸ਼ਰ ਇਨਸਾਨ ਹੋ ਕੇ ਜਿਹੜਾ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਿਆ। God saving his people. ਪਰਮੇਸ਼ਰ ਆਪਣੇ ਲੋਕਾਂ ਨੂੰ ਬਚਾਇਆ। Jew and Gentile. ਯਹੂਦੀ ਔਰ ਗੈਰ ਕੌਮੀ। Doesn't matter where we come from. ਕੋਈ ਨਹੀਂ ਫਰਕ ਪੈਂਦਾ ਤੁਸੀਂ ਕਿੱਥੋਂ ਆਏ ਹੈਗੇ ਆ। Doesn't matter whether we can sing in Punjabi or English or Welsh. ਪੰਜਾਬੀ ਚ ਗੀਤ ਆਉਂਦੇ ਗਾਣੇ, ਅੰਗਰੇਜ਼ੀ ਚ ਵੈਲਸ਼ੀ ਗੀਤ ਗਾਣੇ ਆਉਂਦੇ ਕਿ ਨਹੀਂ, ਕੋਈ ਫਰਕ ਨਹੀਂ ਪੈਂਦਾ। It matters only that we're saved by grace. ਇੱਕੋ ਹੀ ਫਰਕ ਪੈਂਦਾ ਕਿ ਅਸੀਂ ਵਿਸ਼ਵਾਸ ਦੁਆਰਾ ਬਚਾਏ ਗਏ ਹੈਗੇ ਕਿ ਨਹੀਂ, ਗੱਲ ਇੱਥੇ ਆਉਂਦੀ ਬਸ। Because God in Christ has won salvation for sinners like us. ਪ੍ਰਭੂ ਯੀਸ਼ੂ ਮਸੀਹ ਨੇ ਪਰਮੇਸ਼ਰ ਵਿੱਚ ਹੋ ਕੇ ਨਾ ਸਾਡੇ ਲਈ ਮੁਕਤੀ ਹਾਸਲ ਕੀਤੀ ਆ। Society says we make our own fortune. ਸਮਾਜ ਕਹਿੰਦਾ ਅਸੀਂ ਆਪਣੀ ਦੌਲਤ ਆਪ ਕਮਾਉਂਦੇ ਆ। We forge our own way. ਅਸੀਂ ਆਪਣਾ ਰਾਹ ਜ਼ਿੰਦਗੀ ਵਿੱਚ ਆਪ ਹੀ ਬਣਾਉਂਦੇ ਆ। We can be whatever we want to be. ਜੋ ਬਣਨਾ ਚਾਹੁੰਦੇ ਆ ਅਸੀਂ ਬਣ ਸਕਦੇ ਆ। And let's be honest, we believe it. ਸੱਚ ਪੁੱਛੋ ਅਸੀਂ ਮੰਨ ਵੀ ਲੈਂਦੇ ਆ। But there's one thing nobody can be. ਪਰ ਇੱਕ ਚੀਜ਼ ਹੈ ਜੋ ਕੋਈ ਬਣ ਨਹੀਂ ਸਕਦਾ। No matter how hard we try, ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ, we cannot be right with God. ਅਸੀਂ ਰੱਬ ਦੇ ਨਾਲ ਆਪ ਸਹੀ ਨਹੀਂ ਹੋ ਸਕਦੇ ਹੈਗੇ, ਨਾਮੁਮਕਿਨ। Unless first God has won salvation, ਜੇ ਪਹਿਲਾਂ ਪ੍ਰਭੂ ਨੇ ਮੁਕਤੀ ਨਾ ਹਾਸਲ ਕੀਤੀ ਹੁੰਦੀ, and unless God makes that salvation possible, ਜੇ ਪਰਮੇਸ਼ਰ ਉਸ ਮੁਕਤੀ ਨੂੰ ਮੁਮਕਿਨ ਨਾ ਕਰਦਾ, there's no hope. ਕੋਈ ਆਸ ਨਹੀਂ ਸਾਡੇ ਕੋਲ। That's why the gospel of Jesus is good news. ਤਾਂ ਹੀ ਪ੍ਰਭੂ ਯੀਸ਼ੂ ਮਸੀਹ ਦੀ ਇੰਜੀਲ ਖੁਸ਼ਖਬਰੀ ਹੈਗੀ ਆ। It's in Jesus Christ that God has made salvation available. ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਪਿਤਾ ਨੇ ਮੁਕਤੀ ਸਾਡੇ ਲਈ ਹਾਸਲ ਕੀਤੀ ਆ। Ephesians 6 ਇਫਸੀਆਂ 6 tells us to be strong in the Lord, ਮਸੀਹ ਦੇ ਵਿੱਚ ਮਜ਼ਬੂਤ ਹੋਵੋ। to be strong in the power of his might, ਉਹਦੀ ਤਾਕਤ ਦੇ ਵਿੱਚ ਅਸੀਂ ਤਕੜੇ ਹੋਈਏ। and to put on the whole armor of God. ਸਾਰੇ ਪਰਮੇਸ਼ਰ ਦੇ ਸ਼ਸਤਰ ਵਸਤਰ ਪਹਿਨ ਲਓ। But if we can't save ourselves, how can we do that? ਜੇ ਅਸੀਂ ਆਪਣੇ ਆਪ ਨੂੰ ਨਹੀਂ ਬਚਾ ਸਕਦੇ ਤਾਂ ਅਸੀਂ ਵਸਤਰ ਕਿੱਦਾਂ ਪਹਿਨ ਸਕਦੇ ਹਾਂ? If we can't make ourselves right with God, ਅਸੀਂ ਆਪਣੇ ਜੇ ਰੱਬ ਦੇ ਨਾਲ ਨਹੀਂ ਸਹੀ ਕਰ ਸਕਦੇ how is it possible to behave like that? ਤਾਂ ਕਿੱਦਾਂ ਅਸੀਂ ਫਿਰ ਇਦਾਂ ਦੇ To ਬਣ live ਸਕਦੇ ਹਾਂ? like that? ਉਦਾਂ ਦੇ ਰਹਿਣਾ ਕਿੱਦਾਂ ਜੀ ਸਕਦੇ ਇਦਾਂ? Only because God has made salvation possible. He has won salvation. ਪਰਮੇਸ਼ਰ ਨੇ ਮੁਕਤੀ ਜਿੱਤੀ ਹੈ, ਪਰਮੇਸ਼ਰ ਨੇ ਮੁਕਤੀ ਹਾਸਲ ਕੀਤੀ ਹੈਗੀ, ਇਹੀ ਜ਼ਰੀਆ ਹੈਗਾ, ਹੋਰ ਕੋਈ ਨਹੀਂ।
Listen to Ephesians chapter 2, verses 4 to 5. ਇਫਸੀਆਂ 2:4-5 ਦੇਖੋ। But God, who is rich in mercy, because of his great love which he loved us, even when we were dead in trespasses, made us alive together with Christ. इफसियां 2:5 मगर खुदा ने अपने रहम की दौलत से उस बड़ी मोहब्बत के सबब जो उसने हमसे की, जब कसूरों के सबब मुर्दा ही थे तो हमको मसीह के साथ जिंदा किया, तुम उसके फजल से निजात मिली है। Jesus came, प्रभु यीशु मसीह आए, God with us, परमेश्वर साडे नाल, lived a perfect life, died a perfect death. संपूर्ण जिंदगी जिया, संपूर्ण मौत मरिया। He died the perfect sacrifice for our sins. संपूर्ण कुर्बानी हैगी है साडे पापां दे लई। He won salvation for sinners like you and I. तेरे थोड़े मेरे वर्गे पापियां दे लई प्रभु ने मुक्ति हासिल कीती जीती। And what God has promised and Jesus has won, the Spirit applies today. पिता ने जो मंजूर किया, प्रभु यीशु मसीह ने जो किया, परमेश्वर आत्मा ने जो साडे दिलां उते ओदी मोहर लाई आ। For all who will admit their sin and repent of it. जेड़ा कोई अपने पाप दा इकरार करके तौबा करदा हैगा, ओनू मुक्ति हासिल हुंदी आ। And turn to Jesus. प्रभु यीशु मसीह वाल मुड़ो। They will find mercy and grace. दया मिलूगी, फजल मिलूगा, रहम मिलूगा। Salvation that God's own arm and righteousness have मुक्ति won. जेड़ी पिता दे सज्जे हाथ ने इंसाफ दे नाल, रसबाजी दे नाल जित के लेके आंदी हैगी आ। Are you here and you don't know Jesus as Savior and Lord? ਤੁਸੀਂ ਜੇ ਕਹਿੰਦੇ ਆ ਨਾ ਕਿ ਮੈਂ ਤੇ ਇਸੇ ਪ੍ਰਭੂ ਯੀਸ਼ੂ ਮਸੀਹ ਨੂੰ ਨਹੀਂ ਜਾਣਦਾ ਹੈਗਾ ਜਿਹੜਾ ਮੁਕਤੀ ਦਿੰਦਾ ਹੈਗਾ। Perhaps you've been many times before. ਹੋ ਸਕਦਾ ਤੁਸੀਂ ਪਹਿਲਾਂ ਵੀ ਚਰਚ ਬਹੁਤ ਦਫਾ ਆ ਚੁੱਕੇ ਹੋ। Perhaps your parents have brought you and you've had no choice. ਤੁਹਾਡੇ ਮਾਪੇ ਤੁਹਾਨੂੰ ਖਿੱਚ ਕੇ ਲੈ ਕੇ ਆਉਂਦੇ ਸੀਗੇ, ਤੁਹਾਡਾ ਕੋਈ ਆਪਣਾ ਤੁਸੀਂ ਆਪ ਨਹੀਂ ਆਉਣਾ ਚਾਹੁੰਦੇ ਸੀਗੇ। Perhaps it's the first time you've been in the doors of the place. ਹੋ ਸਕਦਾ ਅੱਜ ਪਹਿਲਾ ਦਿਨ ਹੈਗਾ ਤੁਸੀਂ ਚਰਚ ਕਦੇ ਆਏ ਹੈਗੇ ਆਪਣੀ ਜ਼ਿੰਦਗੀ ਵਿੱਚ। The call of the gospel is this. ਜੋ ਵੀ ਹੈ ਨਾ ਇੰਜੀਲ ਦੀ ਪੁਕਾਰ ਤੁਹਾਡੇ ਲਈ ਇਹ ਹੈਗੀ ਆ, ਸੁਣੋ। It's time to get real. ਸੱਚੇ ਹੋ। It's time to come and know your sin is forgiven in Jesus. ਆਕੇ ਜਾਣੋ ਕਿ ਮੇਰੇ ਪਾਪ ਨੂੰ ਪ੍ਰਭੂ ਯੀਸ਼ੂ ਮਸੀਹ ਨੇ ਪਿਤਾ ਵਿੱਚ ਹੋ ਕੇ ਮਾਫ ਕੀਤਾ। That you have eternal life and fellowship with God. ਸਦੀਵਕ ਜੀਵਨ ਹੈਗਾ, ਸੰਗਤੀ ਹੈਗੀ ਰੱਬ ਦੇ ਨਾਲ ਮੇਰੀ। In short, repent of your sin and believe in Jesus. अपने पाप तो तौबा करो और प्रभु यीशु मसीह दे विच अपना विश्वास रखो, And you will be saved. बचाए जाओगे। And Christian, the gospel is good news, isn't it? विश्वासी हो, सुनो, जिहड़ी इंजील लगी ना, ये बेशक खुशखबरी हैगी आ। Why has God caused the gospel to be written down in his word? क्यों परमेश्वर ने हों दिता कि ओदे अपने लफ्ज़ां दे विच, ओदे अपने अल्फाज़ां विच ये वचन लिखा हुआ हैगा। क्यों हैगा? If the gospel was kept in scrolls in a cupboard behind me, ਪਹਿਲਾਂ ਤਾਂ ਅਲਮਾਰੀ ਵਿੱਚ ਬੰਦ ਕਰਕੇ ਪਰਚੇ ਰੱਖੇ ਜਾਂਦੇ ਸੀਗੇ ਬਾਈਬਲ ਦੇ। you would have to come here and watch them brought out and read. ਤੁਹਾਡੇ ਸਾਹਮਣੇ ਤੁਸੀਂ ਆਉਂਦੇ ਸੀਗੇ, ਉਸ ਵੇਲੇ ਚਰਚ ਵਿੱਚ ਆਉਂਦੇ ਸੀਗੇ ਤੁਸੀਂ, ਤੁਹਾਡੇ ਸਾਹਮਣੇ ਕੱਢੇ ਜਾਂਦੇ ਸੀਗੇ, ਅਲਮਾਰੀ ਵਿੱਚੋਂ ਕੱਢ ਕੇ ਮੋਰੇ Christian, when you go home tomorrow, ਰੱਖੇ ਜਾਂਦੇ ਸੀਗੇ। ਜਦੋਂ ਤੁਸੀਂ ਕੱਲ ਨੂੰ ਜਦੋਂ ਤੁਸੀਂ ਨਾ ਘਰ ਜਾਓਗੇ ਸਵੇਰ ਨੂੰ ਸੋਨੇ ਦੇਖਿਓ, when you're in work, in school, ਜੋ ਅਸੀਂ ਕੰਮ ਤੇ ਹੁੰਨੇ ਨਾ, ਸਕੂਲੇ ਹੁੰਨੇ ਆ, walking down the street to the shop, ਤੁਸੀਂ ਦੁਕਾਨਾਂ ਨੂੰ ਜਾਂਦੇ ਆ ਤੁਰ ਕੇ, you have God's word. You can pull it out and read it. ਪ੍ਰਭੂ ਦਾ ਵਚਨ ਤੁਹਾਡਾ ਅੱਛਾ ਹੈਗਾ, ਜਦੋਂ ਮਰਜੀ ਇਹਨੂੰ ਖੋਲ ਕੇ ਪੜ੍ਹ ਲਓ, You can memorize it. ਯਾਦ ਕਰੋ, You can speak it. ਬੋਲ ਸਕਦੇ ਆ, ਪੜ੍ਹ ਕੇ ਬੋਲ ਸਕਦੇ ਆ ਲੋਕਾਂ ਨੂੰ, And it's in your heart. ਤੁਹਾਡੇ ਦਿਲ 'ਚ ਹੈਗਾ। Oh, how wonderful. We have the gospel. ਕਿੰਨੀ ਸੋਹਣੀ ਗੱਲ ਹੈ ਕਿ ਸਾਡੇ ਹੱਥਾਂ ਦੇ ਵਿੱਚ ਰੱਬ ਨੇ ਆਪਣਾ ਵਚਨ ਦਿੱਤਾ ਹੈਗਾ। And the Savior tells us to go and tell everybody. ਮੁਕਤੀਦਾਤਾ ਕੀ ਕਹਿੰਦਾ, ਜਾਓ ਇਹਨੂੰ ਲੈ ਕੇ ਨਾ ਦੂਸਰੇ ਲੋਕਾਂ ਨੂੰ ਵੀ ਜਾ ਕੇ ਦੱਸੋ। Christian, how far outside of those doors do you need to go to find somebody who isn't saved? ਇਹਨਾਂ ਦਰਵਾਜ਼ਿਆਂ ਤੋਂ, ਚਰਚ ਦੇ ਦਰਵਾਜ਼ੇ ਤੋਂ ਕਿੰਨੀ ਦੂਰ ਤੁਹਾਨੂੰ ਜਾਣਾ ਪੈਂਦਾ ਕਿਸ ਨੂੰ ਲੱਭਣ ਦੇ ਲਈ ਜਿਹੜਾ ਕਿ ਪ੍ਰਭੂ ਨੂੰ ਨਹੀਂ ਜਾਣਦਾ ਹੈਗਾ? ਕਿੰਨੀ ਦੂਰ ਤੁਹਾਨੂੰ ਜਾਣਾ ਪੈਂਦਾ? Only a couple of yards. 2 ਕਦਮ ਚੱਲ ਕੇ ਜਾਣਾ ਤੁਹਾਨੂੰ ਕੋਲ ਕੇ ਮਿਲ ਜਾਂਦਾ ਜਿਹੜਾ ਨਹੀਂ ਜਾਣਦਾ ਪ੍ਰਭੂ ਯੀਸ਼ੂ ਮਸੀਹ ਨੂੰ। Now, how hard can it be to go and tell somebody they're a sinner and they need to be saved? 2 ਕਦਮ ਚੱਲ ਕੇ ਜਾਣਾ ਕਿੰਨਾ ਔਖਾ ਹੈਗਾ ਤੁਹਾਡੇ ਲਈ ਕਿ ਤੁਸੀਂ ਜਾ ਕੇ ਦੱਸ ਨਹੀਂ ਸਕਦੇ ਲੋਕਾਂ ਨੂੰ ਕਿ ਪ੍ਰਭੂ ਯੀਸ਼ੂ ਮਸੀਹ ਤੁਹਾਨੂੰ ਪਿਆਰ ਕਰਦਾ। And sometimes doesn't society make us feel uncomfortable about saying that? ਇਹਦੇ ਪਰ ਸਮਾਜ ਸਾਨੂੰ ਕਹਿ ਦਿੰਦੀ ਆ ਕਿ ਤੁਸੀਂ ਏਦਾਂ ਦੀ ਗੱਲ ਨਾ ਕਰੋ।
ਸਾਨੂੰ ਚੰਗੀ ਨਹੀਂ ਲੱਗਦੀ Social pressure makes us feel we shouldn't say anything. ਸਮਾਜੀ ਦਬਾਅ ਸਾਨੂੰ ਕਹਿੰਦਾ ਹੈਗਾ ਕਿ ਨਹੀਂ ਮੈਂ ਜਾ ਕੇ ਲੋਕਾਂ ਨੂੰ ਨਹੀਂ ਦੱਸਣਾ ਪ੍ਰਭੂ ਦੇ ਬਾਰੇ What if we lose face and people don't think well of us? ਅਸੀਂ ਜੇ ਕਹਿ ਕੇ ਨਾ ਅਸੀਂ ਜੇ ਸ਼ਰਮਿੰਦਾ ਸਾਡਾ ਮੂੰਹ ਸ਼ਰਮਿੰਦਾ ਹੋ ਜਾਵੇ ਨਾ ਤੇ ਲੋਕੀ ਕੀ ਕਹੋਗੇ ਮੇਰੇ ਬਾਰੇ What if people no longer want to be our friends because we've preached the gospel to them? ਕਿਉਂਕਿ ਅਸੀਂ ਕਿਸ ਨੂੰ ਪ੍ਰਚਾਰ ਕੀਤਾ ਪ੍ਰਭੂ ਦਾ ਦੱਸਿਆ ਉਹ ਕਹਿੰਦੇ ਆ ਕਿ ਮੈਂ ਤੇਰਾ ਦੋਸਤ ਨਹੀਂ ਬਣਨਾ ਚਾਹੁੰਦਾ ਹੁਣ ਕਿਉਂਕਿ ਤੂੰ ਪ੍ਰਚਾਰ ਕੀਤਾ ਮੈਨੂੰ Then you've been the best kind of friend. ਤੁਸੀਂ ਸਭ ਤੋਂ ਅੱਛੇ ਦੋਸਤ ਉਹਨਾਂ ਦੇ ਦੋਸਤ ਹੋਵੋਗੇ ਜੇ ਤੁਸੀਂ ਉਹਨਾਂ ਨੂੰ ਪ੍ਰਭੂ ਬਾਰੇ ਦੱਸੋਗੇ ਤਾਂ Because if your friend is a hell-bound sinner and you haven't warned them, you're a rotten friend. ਕਿਉਂਕਿ ਜੇ ਤੁਹਾਡਾ ਦੋਸਤ ਨਰਕ ਨੂੰ ਜਾ ਰਿਹਾ ਹੈਗਾ ਨਾ ਤੁਹਾਡਾ ਦੋਸਤ ਤੁਸੀਂ ਆਪਣੇ ਦੋਸਤ ਨੂੰ ਨਹੀਂ ਦੱਸਿਆ ਹੈਗਾ ਕਿ ਤੂੰ ਨਰਕ ਜਾ ਰਿਹਾ ਹੈਗਾ ਤੇ ਤੁਹਾਡੇ ਜਿੰਨਾ ਮਾੜਾ ਦੋਸਤ ਵੀ ਕੋਈ ਨਹੀਂ ਹੋ ਸਕਦਾ Christian, if Jesus Christ is God, and he is, ਜੇ ਪ੍ਰਭੂ ਯਿਸੂ ਮਸੀਹ ਪਰਮੇਸ਼ਰ ਹੈ ਔਰ ਹੈ ਵੀ and he died and rose to save you, ਔਰ ਜੇ ਪ੍ਰਭੂ ਯਿਸੂ ਮਸੀਹ ਮਰ ਗਿਆ ਔਰ ਜੀ ਉੱਠਿਆ ਤੁਹਾਨੂੰ ਮੈਨੂੰ ਬਚਾਉਣ ਦੇ ਲਈ you should be ready to do anything and everything for him ਤੁਹਾਨੂੰ ਕੁਝ ਵੀ ਕਰਨ ਦੇ ਲਈ ਤਿਆਰ ਹੋਣਾ ਚਾਹੀਦਾ ਕੁਝ ਵੀ ਕਰਨ ਦੇ ਲਈ and see the results in the third place. ਫਿਰ ਦੇਖੋ ਕਿ ਪ੍ਰਭੂ ਕਿਦਾਂ ਫਿਰ ਇਨਾਮ ਦਿੰਦਾ There are three results that I want us to notice in verses 18 to 20. 18 ਤੋਂ 20 ਤੱਕ ਤਿੰਨ ਗੱਲਾਂ ਸੀ ਦਿਖਣੀਆਂ ਹੈਗੀਆਂ Three results of Yahweh winning salvation for his people. ਯਹੋਵਾ ਜਦੋਂ ਮੁਕਤੀ ਲੈ ਕੇ ਆਉਂਦਾ ਨਾ ਆਪਣੇ ਲੋਕਾਂ ਦੇ ਲਈ ਤਿੰਨ ਗੱਲਾਂ ਦਿਖਣੀਆਂ ਹੈਗੀਆਂ ਤਿੰਨ ਗੱਲਾਂ ਜਿਹਦੇ ਕਰਕੇ ਕਿ ਅਸੀਂ ਧਿਆਨ ਚਲਾ ਸਕਦੇ ਹਾਂ Judgment, fear, salvation. ਇਨਸਾਫ ਡਰ ਮੁਕਤੀ Verse 18, judgment. 18 ਆਇਤ ਇਨਸਾਫ God, we are told, repays according to their deeds. वो उन लोगों के अमल के मुताबिक जज़ा देता है For those who will not repent, for those who will not turn and believe. ਜਿਹੜੇ ਲੋਕੀ ਨਹੀਂ ਤੌਬਾ ਕਰਦੇ ਜਿਹੜੇ ਲੋਕੀ ਨਹੀਂ ਮੁੜਦੇ ਪ੍ਰਭੂ ਦੇ ਵਚਨ ਨੂੰ ਸੁਣ ਕੇ God has won salvation, but they will not repent. ਪ੍ਰਭੂ ਨੇ ਮੁਕਤੀ ਹਾਸਲ ਕਰ ਲਈ ਹੈ ਕਿ ਪ੍ਰਭੂ ਲੋਕੀ ਕਹਿੰਦੇ ਆ ਕਿ ਮੈਂ ਨਹੀਂ ਤੌਬਾ ਕਰਨੀ What of them? ਉਹਨਾਂ ਦੇ ਬਾਰੇ ਕੀ ਹੈਗਾ Fury, recompense. ਗੁੱਸਾ ਕ੍ਰੋਧ ਕਹਿਰ ਗਜ਼ਬ God will fully repay. ਪਰਮੇਸ਼ਰ ਪੂਰੀ ਤਰ੍ਹਾਂ ਉਹਨਾਂ ਤੋਂ ਬਦਲਾ ਲਊਗਾ ਪੂਰੀ ਤਰ੍ਹਾਂ This is God bringing judgment on all who remain in their ਇਹ sin. ਪਰਮੇਸ਼ਰ ਉਹਨਾਂ ਲੋਕਾਂ ਉੱਤੇ ਪੂਰੀ ਤਰ੍ਹਾਂ ਬਦਲਾ ਲੈ ਕੇ ਆਊਗਾ ਜਿਹੜੇ ਲੋਕੀ ਨਹੀਂ ਮੰਨਦੇ ਆਪਣੇ ਪਾਪ ਨੂੰ ਔਰ ਨਹੀਂ ਤੌਬਾ ਕਰਦੇ ਹੈਗੇ The eternal Son of God gave everything to make salvation possible for you ਪਰਮੇਸ਼ਰ ਦੇ and I. ਪੁੱਤਰ ਨੇ ਤਾਂ ਸਾਰਾ ਕੁਝ ਕਰ ਦਿੱਤਾ ਜੋ ਕਰ ਸਕਦਾ ਸੀਗਾ ਸਾਡੇ ਲਈ ਮੁਕਤੀ ਲੈ ਕੇ ਆਉਣ ਦੇ ਲਈ ਉਹਨੇ ਹਾਸਲ ਕਰ ਲਈ If you reject that salvation, ਜੇ ਤੁਸੀਂ ਉਸ ਮੁਕਤੀ ਦਾ ਇਨਕਾਰ ਕਰਦੇ ਆ ਨਹੀਂ ਮੰਨਦੇ ਉਸ ਮੁਕਤੀ ਨੂੰ don't be surprised God responds with judgment. ਫਿਰ ਹੈਰਾਨ ਨਾ ਹੋਏ ਉਹ ਜੇ ਫਿਰ ਰੱਬ ਤੁਹਾਡੇ ਕੋਲ ਬਦਲਾ ਲਊਗਾ When you stand at the last before Christ, ਜਦੋਂ ਤੁਸੀਂ ਅੰਤ ਵੇਲੇ ਪ੍ਰਭੂ ਪਰਮੇਸ਼ਰ ਦੇ ਅੱਗੇ ਖੜੇ ਹੋਵੋਗੇ you will know the full, eternal, and just judgment of God. ਉਸ ਵੇਲੇ ਤੁਸੀਂ ਪਰਮੇਸ਼ਰ ਦੇ ਸੰਪੂਰਨ ਪਰਮੇਸ਼ਰ ਵੱਲੋਂ ਜਿਹੜਾ ਇਲਾਹੀ ਬਦਲਾ ਹੈਗਾ ਉਹਦੇ ਬਾਰੇ ਤੁਸੀਂ ਵਿੱਚ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਜਾਣੋਗੇ ਉਸ ਵੇਲੇ If you reject salvation, ਜੇ ਤੁਸੀਂ ਮੁਕਤੀ ਦਾ ਇਨਕਾਰ ਕਰਦੇ ਆ ਤਾਂ there is only judgment for ਫਿਰ ਤਾਂ you. ਤੁਹਾਡਾ ਕਹਿਰ ਹੀ ਫਿਰ ਤਾਂ ਇਨਸਾਫ ਹੀ ਹੋਗਾ ਤੁਹਾਡੇ ਲਈ ਬਚਾ Secondly, there is fear in verse 19. ਉਹਨੇ ਤੇ ਫਿਰ ਕਹਿ ਕਿ ਡਰ So they shall fear Yahweh. ਸੋ ਉਹ ਯਹੋਵਾ ਤੋਂ ਡਰੂਗੇ Not just Jews, but Gentiles around the world will fear him. ਸਿਰਫ ਯਹੂਦੀ ਨਹੀਂ ਕੱਲੇ ਗੈਰ ਕੌਮੀ ਅਣਵਿਸ਼ਵਾਸੀ ਲੋਕੀ ਵੀ ਪਰਮੇਸ਼ਰ ਤੋਂ ਡਰ ਪ੍ਰਭੂ ਯਿਸੂ ਮਸੀਹ ਤੋਂ ਡਰਨਗੇ ਦੁਨੀਆ ਵਿੱਚ Why? ਕਿਉਂ Because they will see God at work in his people. ਕਿਉਂਕਿ ਫਿਰ ਦੇਖੋਗੇ ਪ੍ਰਭੂ ਆਪਣੇ ਲੋਕਾਂ ਦਾ ਕਿੱਦਾਂ ਨਿਬੇੜਾ ਕਰਦੇ ਆ There was a dear, dear lady, Jenny Silverton. ਇੱਕ ਭੈਣ ਸੀਗੀ ਬਹੁਤ ਪਿਆਰੀ ਭੈਣ ਜੈਨੀ ਸਿਲਵਰਟਨ She sat on the second row, that Doosi- seat where you are, sir. ਜਿੱਥੇ ਭਾਈ ਬੈਠਾ ਹੈਗਾ ਉਹਦੇ ਦੂਸਰੀ ਕਤਾਰ ਤੇ ਬੈਠੀ ਹੁੰਦੀ ਸੀ ਜਿੱਥੇ ਮਦਨ ਬੈਠਾ And she met a 7-year-old who'd just been saved. ਉਹਨੇ ਇੱਕ 7 ਸਾਲ ਦੇ ਨੂੰ ਮਿਲੀ ਜਿਹੜੇ ਨਵੀਂ ਤੌਬਾ ਕੀਤੀ ਸੀਗੀ And she got him to draw the preacher because he couldn't read or write. ਔਰ ਉਹਨੇ ਪ੍ਰਚਾਰਕ ਨੂੰ ਉਹਨੇ ਛਾਪ ਕੇ ਦਿੱਤਾ ਕਿਉਂਕਿ ਉਹ ਪੜ੍ਹ ਨਹੀਂ ਸਕਦਾ ਸੀ ਨਾ ਦੇਖ ਸਕਦਾ ਸੀਗਾ And when he learned to read and write, she got him to write down sermon notes. ਉਹ ਬੱਚੇ ਨੇ ਜਦੋਂ ਪੜ੍ਹਨਾ ਲਿਖਣਾ ਸ਼ੁਰੂ ਕੀਤਾ ਨਾ ਤਾਂ ਔਰਤ ਨੇ ਉਹਨੂੰ ਕਿਹਾ ਕਿ ਹੁਣ ਤੂੰ ਜਿਹੜਾ ਬਚਨ ਸੁਣਦਾ ਨਾ ਲਿਖ ਕੇ ਦੇ ਮੈਨੂੰ And all the way through to the age of 22, he wrote sermon notes for Jenny Silverton. 7 ਸਾਲ ਦੀ ਉਮਰ ਤੋਂ ਲੈ ਕੇ 22 ਸਾਲ ਦੀ ਉਮਰ ਤੱਕ ਨਾ ਉਹ ਬੱਚਾ ਜਿਹੜਾ ਸੀਗਾ ਨਾ ਬਚਨ ਜਿਹੜਾ ਸੁਣਦਾ ਸੀਗਾ ਲਿਖਦਾ ਸੀਗਾ ਉਸ ਔਰਤ ਤੇ ਲਿਖ ਕੇ ਕਾਗਜ਼ ਉੱਤੇ I am that 7-year-old.
मैं हो गया 7 साल ਦਾ। And I will never forget Jenny Silverton. ਇਹਨਾਂ ਦੀ ਗੱਲ ਕਰਦੇ ਮੇਰੇ ਕਦੇ ਗੱਲ ਭੁੱਲਣੀ ਨਹੀਂ ਹੈਗੀ। ਉਹ ਭੈਣ ਜੌਨੀ ਸਿਲਵਰਟਨ ਨੂੰ ਕਹਿੰਦੇ ਮੈਂ ਭੁੱਲੂਗਾ ਨਹੀਂ ਕਦੇ ਵੀ, ਕਿ ਮੈਨੂੰ ਕਹਿੰਦੀ ਸੀ ਵਚਨ ਲਿਖ ਮੇਰੇ A ਲਈ। lovely, gracious Christian woman. ਬਹੁਤ ਸੋਹਣੀ ਪ੍ਰਭੂ ਤੋਂ ਡਰਨ ਵਾਲੀ ਔਰਤ। But before the Lord saved her, ਉਸ ਤੋਂ ਪਹਿਲਾਂ ਕਿ ਪ੍ਰਭੂ ਨੇ ਉਹਨੂੰ ਬਚਾਇਆ, she had the dirtiest mouth in the village. ਉਹਦੀ ਭਾਸ਼ਾ, ਉਹਦੀ ਜ਼ੁਬਾਨ ਬਹੁਤ ਗੰਦੀ ਹੁੰਦੀ ਸੀ। She made coal miners blush with shame when she spoke. ਇਦਾਂ ਦੀ ਗੱਲਾਂ, ਇਦਾਂ ਦੀ ਉਹਦੀ ਜ਼ੁਬਾਨ ਸੀਗੀ ਰੰਗ ਬਿਰੰਗੀ ਕਿ ਉਹ ਬੜੇ ਬੜੇ ਸ਼ਰਮਿੰਦਾ ਹੋ ਜਾਂਦੇ ਸੀਗੇ। And you know the only thing she had ever kept in her teapot? ਤੁਹਾਨੂੰ ਪਤਾ ਆਪਣੇ ਚਾਹ ਵਾਲੀ ਕੇਤਲੀ ਵਿੱਚ ਕਿਹੜੀ ਚੀਜ਼ ਰੱਖਦੀ ਹੁੰਦੀ ਸੀਗੀ? Whiskey. ਸ਼ਰਾਬ, ਵਿਸਕੀ। A foul woman. ਬਹੁਤ ਗੰਦੀ ਔਰਤ ਸੀਗੀ। Grown men crossed the road to avoid walking past Jenny ਬੜੇ ਬੜੇ ਬੰਦੇ Silverton. ਵੀ ਉਹਨੂੰ ਦੇਖ ਕੇ ਨਾ ਦੂਸਰਾ ਪਾਸਾ ਆਪਣਾ ਪਾਸਾ ਬਦਲ ਸੀਗੇ ਕਿ ਕਿਤੇ ਸਾਡੇ ਸਾਹਮਣੇ ਨਾ ਬੁੜੀ ਆ ਜਾਵੇ। But when the Lord saved her, ਪਰ ਜਦੋਂ ਪ੍ਰਭੂ ਨੇ ਉਹਨੂੰ ਬਚਾਇਆ ਨਾ, he made her a gem. ਉਹਨੇ ਇੱਕ ਅਜੀਬ ਉਹਨੇ ਇੱਕ ਚੀਜ਼ ਨਾਇਆਬ ਚੀਜ਼ ਬਣਾਤਾ। A jewel in his crown. ਆਪਣੇ ਤਾਜ ਦੇ ਵਿੱਚ ਜਾਣ ਵਾਲਾ ਹੀਰਾ ਬਣਾਤਾ ਉਸ ਔਰਤ ਨੂੰ ਉਹਨੇ। And the world looked on and were amazed at Jenny Silverton. ਦੁਨੀਆ ਸੁਣਦੀ ਹੈ ਉਸ ਜੈਨੀ ਸਿਲਵਰਟਨ ਦੇ ਬਾਰੇ, ਪਰ ਹਰ ਤਵੱਜਬ ਕਰਦੀ ਦੇਖ ਕੇ ਕਿ ਇਦਾਂ ਦੀ ਔਰਤ ਬਦਲ ਗਈ। Oh, my friend, ਭਰਾਵੋ ਭੈਣੋ, I've known young people grow up in church, ਮੈਂ ਦੇਖਿਆ ਜਵਾਨਾਂ ਨੂੰ ਮੰਡਲੀ ਵਿੱਚ ਵੱਡੇ ਹੁੰਦੇ, but when they leave home, they reject their parents' faith. ਪਰ ਜਦੋਂ ਘਰ ਛੱਡ ਜਾਂਦੇ ਆ ਤੇ ਕੀ ਕਰਦੇ ਆ ਗਿਆ, ਮਾਂ-ਬਾਪ ਦੀ ਪਾਈ ਸਿੱਖਿਆ ਨੂੰ ਛੱਡ ਕੇ ਤੇ ਚਲੇ ਜਾਂਦੇ ਆ। Oh, they might fear to say anything, but they reject it. ਕਹਿ ਸਕਦੇ ਆ, ਕਹਿੰਦੇ ਹੈਗੇ ਆ, ਪਰ ਉਹ ਇਨਕਾਰ ਕਰ ਦਿੰਦੇ ਹੈਗੇ ਜੋ ਸਿੱਖਿਆ ਮਾਪੇ ਦੇ ਕੋਲੋਂ। They won't trust in Jesus. ਉਹ ਪ੍ਰਭੂ ਯੀਸ਼ੂ ਮਸੀਹ ਤੇ ਭਰੋਸਾ ਨਹੀਂ ਰੱਖਦੇ ਹੈਗੇ। I've met people who go to church and they like going. ਉਹ ਵੀ ਲੋਕਾਂ ਨੂੰ ਮਿਲਿਆ ਜਿਹੜੇ ਜਾਂਦੇ ਹੈਗੇ ਚਰਚ ਔਰ ਜਾਣਾ ਪਸੰਦ ਕਰਦੇ ਆ। They like the morals. They love the experience. ਤਜਰਬਾ ਪਸੰਦ ਆ, ਸਿੱਖਿਆ ਪਸੰਦ ਹੈਗੀ ਆ। They love having friends. ਅੱਛਾ ਲੱਗਦਾ ਉਹਨਾਂ ਨੂੰ ਕਿ ਦੋਸਤ ਬਣਦੇ ਉਹਨਾਂ ਦੇ। They have a fear of the Lord, but they will not believe. ਰੱਬ ਤੋਂ ਡਰਦੇ ਆ ਪਰ ਤੌਬਾ ਨਹੀਂ ਕਰਦੇ। I wonder, are you a bit like that? ਕਿ ਤੁਸੀਂ ਵੀ ਏਦਾਂ ਦੇ ਹੈਗੇ ਆ? You were here and you have a fear of the Lord, ਤੁਹਾਡੇ ਅੰਦਰ ਰੱਬ ਦਾ ਡਰ ਤਾਂ ਹੈਗਾ, but you will not believe. ਰੱਬ ਦਾ ਡਰ ਹੈਗਾ ਤੁਹਾਡੇ ਅੰਦਰ, ਪਰ ਤੁਸੀਂ ਤੌਬਾ ਨਹੀਂ ਕਰਨੀ, ਪਰ ਡਰ ਹੈਗਾ। I've got no clever words for you. ਤੁਹਾਡੇ ਲਈ ਮੇਰੇ ਕੋਲ ਕੋਈ ਚਲਾਕੀ ਦੇ ਚਤੁਰਾਈ ਵਾਲੇ ਲਫ਼ਜ਼ ਨਹੀਂ ਹੈਗੇ ਬੋਲਣ ਨੂੰ। Only this: ਇੱਕੋ ਹੀ ਲਫ਼ਜ਼। repent and believe. ਤੌਬਾ ਕਰੋ ਔਰ ਵਿਸ਼ਵਾਸ ਕਰੋ, ਬਸ That's what you need. ਇਹ ਕਰੋ ਬਸ। And to those who are younger here, I say this: trust the ਜਵਾਨ Lord ਬੱਚੇ- Jesus now. ਜਿਹੜੇ ਜਵਾਨ ਬੱਚੇ ਬੈਠੇ ਸਾਡੇ ਵਿੱਚ ਨਾ, ਤੁਹਾਨੂੰ ਕਹਿੰਦੇ ਆ ਬੱਚੋ ਪ੍ਰਭੂ ਯੀਸ਼ੂ ਮਸੀਹ ਦੇ ਚਰਨਾਂ ਵਿੱਚ ਆਓ, ਪ੍ਰਭੂ ਦੇ ਕੋਲ ਆ ਕੇ ਮਾਫੀ ਮੰਗੋ। While you were still young, ਜਿੰਨਾ ਚਿਰ ਤੁਹਾਡੇ ਵਿੱਚ ਜਵਾਨੀ ਹੈਗੀ ਆ, grow up in your faith as a young person now. ਜਵਾਨੀ ਵਿੱਚ ਵੱਡੇ ਹੋਵੋ, ਵਿਸ਼ਵਾਸ ਵਿੱਚ ਵੱਡੇ ਹੋਵੋ। You know, one of the saddest things that ever happened to me, ਦੁੱਖ ਦੀ ਗੱਲ ਪਤਾ ਕੀ ਪਾਈ ਨਾ ਹੋਈ ਹੈਗੀ ਆ? I was a teenager. We were going into an old people's care home. ਜਵਾਨ ਸੀਗੇ ਜਿੱਥੇ ਸਿਆਣੇ ਹੁੰਦੇ ਨੇ ਕੇਅਰ ਹੋਮ ਵਿੱਚ, ਉੱਥੇ ਚਲੇ ਗਏ। We did a Sunday service there every second Sunday afternoon. ਹਰ ਦੂਸਰੇ ਮਹੀਨੇ 'ਚ ਹਰ ਦੂਸਰੇ ਸੰਡੇ ਉੱਥੇ ਮੀਟਿੰਗ ਕਰਦੇ ਸੀਗੇ ਜਾ ਕੇ। And we would line up down the corridor waiting while they got everybody seated. ਜਦੋਂ ਸਾਰਿਆਂ ਨੂੰ ਇਕੱਠੇ ਕਰਦੇ ਸੀ ਨਾ, ਅਸੀਂ ਕੋਰੀਡੋਰ ਵਿੱਚ ਅਸੀਂ ਖੜੇ ਹੁੰਦੇ ਸੀਗੇ। One elderly man with his sticks came up the corridor. ਇੱਕ ਬਜ਼ੁਰਗ ਆਇਆ ਆਪਣੀ ਸੋਟੀਆਂ ਲਾਠੀਆਂ ਲੈ ਕੇ, He stopped and looked at me and said, ਰੁਕ ਕੇ ਮੇਰੇ ਵੱਲ ਦੇਖ ਕੇ ਕਹਿਣ ਲੱਗਾ, "Young man, religion is for the old. ਕਹਿੰਦੇ ਜਵਾਨਾ ਧਰਮ ਤਾਂ ਬੁੜਿਆਂ ਦੇ ਲਈ ਹੁੰਦਾ, Go out and enjoy yourself." ਜਾ ਕੇ ਮਜ਼ੇ ਕਰ ਜ਼ਿੰਦਗੀ ਦੇ। And you know the sad thing was? ਦੁੱਖ ਦੀ ਗੱਲ ਪਤਾ ਕੀ? He walked past the entrance and kept going. ਦਰਵਾਜ਼ੇ ਤੋਂ ਸਿੱਧਾ ਨਿਕਲ ਕੇ ਨਾ ਚੱਲਿਆ ਗਿਆ, ਰੁਕਿਆ ਨਹੀਂ ਵਚਨ ਸੁਣਨ ਨੂੰ। He didn't want me to be saved, and he was certain he didn't want himself to be ਉਹ ਨਹੀਂ saved. ਚਾਹੁੰਦਾ ਸੀ ਕਿ ਇਹ ਵੀ ਬਚਾਇਆ ਜਾਵੇ, ਨਹੀਂ ਚਾਹੁੰਦਾ ਸੀ ਕਿ ਉਹ ਵੀ ਬਚਾਇਆ ਜਾਵੇ। ਸਿੱਧਾ ਤੁਰਿਆ ਗਿਆ, ਉਹਨੇ ਪਿੱਛਾ ਮੁੜ ਕੇ ਵੀ ਦੇਖਿਆ। Don't wait until you're older. You don't have tomorrow. ਇੰਤਜ਼ਾਰ ਨਾ ਕਰੋ ਕਿ ਤੁਸੀਂ ਥੋੜੇ ਵੱਡੇ ਹੋਵੋਗੇ, ਥੋੜੇ ਸਿਆਣੇ ਹੋਵੋਗੇ ਤਾਂ ਤੁਸੀਂ ਵਿਸ਼ਵਾਸ ਕਰੋਗੇ। ਤੁਹਾਨੂੰ ਕੀ ਪਤਾ ਤੁਹਾਡੇ ਤੇ ਕੱਲ ਹੋਣੀ ਕਿ ਨਹੀਂ। Trust Jesus now and grow up ਅੱਜ believing in him. ਹੁਣ ਇਸ ਵੇਲੇ ਪ੍ਰਭੂ ਯੀਸ਼ੂ ਤੇ ਵਿਸ਼ਵਾਸ ਕਰਕੇ ਤੁਸੀਂ ਆਪਣੀ ਮੁਕਤੀ ਪਾਓ। And finally, in verse 20, we have salvation. ਆਖਰ ਬਿਆਤ ਮੁਕਤੀ। These words are wonderful. The Redeemer will come to Zion. ਮੁਕਤੀ ਦਾਤਾ ਸਿਯੋਨ ਵਿੱਚ ਜ਼ਰੂਰ ਆਊਗਾ ਬੇਸ਼ੱਕ। Here is a promise of divine salvation, ਇਲਾਹੀ ਮੁਕਤੀ ਦਾ ਵਾਅਦਾ ਹੈਗਾ ਦਿੱਤਾ ਹੋਇਆ। that God himself will bring. ਪਰਮੇਸ਼ਰ ਖੁਦ ਆਪ ਕਹਿੰਦਾ ਮੈਂ ਲੈ ਕੇ ਆਉਂਗਾ।
He will bring it to those who turn from transgression in Jacob. ਜਿਹੜੇ ਖਤਾ ਤੋਂ ਮੁੜ ਕੇ ਉਹਦੇ ਵੱਲ ਆਓਗੇ ਨਾ ਉਹਨਾਂ ਦੇ ਕੋਲ ਇਲਾਹੀ ਮੁਕਤੀ ਲੈ ਕੇ ਆਊਗਾ The twister, the deceiver, the liar. ਉਹ ਝੂਠ ਬੋਲਣ ਵਾਲਾ ਫਰੇਬੀ ਦਗਾਬਾਜ਼ Yet if they repent and believe, ਉਹ ਲੋਕੀ ਜੇ ਤੌਬਾ ਕਰ ਲੈਣ though once lost in sin, ਜਿਹੜੇ ਪਾਪ ਵਿੱਚ ਗਵਾਚੇ ਸੀਗੇ ਕਿਸੇ ਵੇਲੇ they will be saved in the Lord. ਪ੍ਰਭੂ ਦੇ ਵਿੱਚ ਬਚਾਏ ਜਾਣਗੇ What does it tell us about salvation? ਮੁਕਤੀ ਬਾਰੇ ਕੀ ਦੱਸਿਆਗਾ ਸਾਨੂੰ You can't build it yourself. ਅਸੀਂ ਮੁਕਤੀ ਖੁਦ ਹਾਸਲ ਨਹੀਂ ਕਰ ਸਕਦੇ Not by our effort, but ਆਪਣੀ by ਆਪਣੀ grace. ਕੋਸ਼ਿਸ਼ ਨਾਲ ਨਹੀਂ ਕਰ ਸਕਦੇ ਸਿਰਫ ਪ੍ਰਭੂ ਦੀ ਫਜ਼ਲ ਉਹਦੀ ਦਇਆ ਕਰਕੇ ਕਰ ਸਕਦੇ ਹੋਰ ਕੋਈ ਤਰੀਕਾ ਨਹੀਂ Those who turn and repent will be saved. ਜਿਹੜੇ ਮੁੜ ਕੇ ਤੌਬਾ ਕਰਦੇ ਆ ਬੇਸ਼ੱਕ ਬਚਾਏ ਜਾਓਗੇ Because God is gracious. ਕਿਉਂਕਿ ਪਰਮੇਸ਼ਰ ਕਿਰਪਾਲੂ ਦਿਆਲੂ ਹੈਗਾ You see, the message we preach, ਅਸੀਂ ਕਿਸ ਪ੍ਰਚਾਰ ਪੈਗਾਮ ਦਾ ਪ੍ਰਚਾਰ ਕਰਦੇ ਆ the message which your pastor Judgy ਭਾਈ preaches, ਜੋਜ ਕਾਹਦਾ ਪ੍ਰਚਾਰ ਕਰਦਾ ਹਰ ਵੇਲੇ that my brothers here preach, ਕਿ ਅਸੀਂ ਕਿਸ ਪ੍ਰਚਾਰ ਦਾ ਅਸੀਂ ਤਰਜਮਾ ਕਰਦੇ ਆ is one ਉਹ of ਪ੍ਰਚਾਰ grace, ਫਜ਼ਲ ਦਾ ਕਿਰਪਾ ਦਾ ਦਇਆ ਦਾ undeserved, ਜਿਹੜੇ ਅਸੀਂ ਉਹਦੇ ਹੱਕਦਾਰ ਨਹੀਂ ਹੈਗੇ unearned. ਨਾ ਅਸੀਂ ਕਮਾ ਸਕਦੇ ਆ Christian, God has been very gracious in saving you. ਪਰਮੇਸ਼ਰ ਨੇ ਬੜੀ ਦਇਆ ਕੀਤੀ ਹੈ ਤੁਹਾਨੂੰ ਬਚਾਉਣ ਦੇ ਵਿੱਚ And God will be very gracious in saving the sinner. ਔਰ ਪਾਪੀ ਨੂੰ ਬਚਾਉਣ ਦੇ ਵਿੱਚ ਪਰਮੇਸ਼ਰ ਦੀ ਬਹੁਤ ਵੱਡੀ ਦਇਆ ਹੈਗੀ ਆ The sinner who ਉਹ repents. ਪਾਪੀ ਜਿਹੜਾ ਤੌਬਾ ਕਰ ਲੈਂਦਾ You don't go out with a hard message, ਤੁਸੀਂ ਸਖਤ ਪੈਗਾਮ ਲੈ ਕੇ ਬਾਹਰ ਨਹੀਂ ਨਿਕਲਦੇ ਇੱਥੋਂ but one full of ਪਰ grace. ਫਜ਼ਲ ਦਾ ਪਿਆਰ ਦਾ ਪੈਗਾਮ ਲੈ ਕੇ ਤੁਸੀਂ ਬਾਹਰ ਜਾਂਦੇ ਆ My unsaved friend, ਮੇਰੇ ਜਿਹੜੇ ਭਰਾ ਮੇ ਬੈਠੇ ਆ ਜਿਹਨਾਂ ਨੇ ਵਿਸ਼ਵਾਸ ਨਹੀਂ ਕੀਤਾ ਹਜੇ if only you will come and trust in Jesus today. ਤੁਸੀਂ ਆ ਕੇ ਅੱਜ ਉਸ ਪਰਮੇਸ਼ਰ ਪ੍ਰਭੂ ਯੀਸ਼ੂ ਮਸੀਹ ਦੇ ਉੱਤੇ ਆਪਣਾ ਭਰੋਸਾ ਰੱਖੋ Whatever your life has been like, ਜਿੱਦਾਂ ਦੀ ਵੀ ਤੁਹਾਡੀ ਜ਼ਿੰਦਗੀ ਸੀਗੀ ਬੀਤੀ ਹੋਈ there is grace for you. ਤੁਹਾਡੇ ਲਈ ਫਜ਼ਲ ਹੈਗਾ ਤੁਹਾਡੇ ਲਈ ਦਇਆ ਹੈਗੀ ਆ He will deal with your sin. ਉਹ ਤੁਹਾਡੇ ਪਾਪ ਦਾ ਨਿਬੇੜਾ ਕਰੂਗਾ You will be saved today. ਤੁਸੀਂ ਅੱਜ ਬਚਾਏ ਜਾਓਗੇ And we haven't time to get into verse 21, 21 ਆਇਤ ਵਿੱਚ ਲਿਖੀ ਵੀ ਨਹੀਂ ਗਈ ਹੈ but there is eternal life for you. 21 ਆਇਤ ਵਿੱਚ ਕੀ ਹੈਗਾ ਤੁਹਾਡੇ ਲਈ ਸਦੀਵ ਜੀਵਨ ਹੈਗਾ What a message we take. ਕਿੰਨਾ ਸੋਹਣਾ ਪੈਗਾਮ ਅਸੀਂ ਲੈ ਕੇ ਜਾਂਦੇ ਆ To God be the glory. ਪ੍ਰਭੂ ਦੇ ਨਾਮ ਦੀ ਮਹਿਮਾ Amen. ਹੋਵੇ ਆਮੀਨ Thank you for listening to this message. For further information, visit www.emmanuelhansworth.org.uk.